ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਲਵਾਉਂਦੇ ਆ, ਮਨ ਬਿਰਤੀਆਂ ਇਕਾਗਰ ਕਰਦੇ ਆ। ਗੱਜ ਕੇ ਬੋਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਨਾਨਕ ਸੰਸਾਰ ਨੂੰ ਉਪਦੇਸ਼ ਦਿੰਦੇ ਨੇ, ਸਮਝਾਉਣਾ ਕਰਦੇ ਆ ਸੰਸਾਰ ਨੂੰ ਕਿ ਇਹ ਸੰਸਾਰ ਝਾਤੀ ਮਾਰ ਕੇ ਦੇਖ, ਤੇਰੀ ਆਤਮਿਕ ਬਿਰਤੀ ਕਿੱਥੇ ਗਏ ਬੈਠੀ ਹੈ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਬਿਨ ਸਿਮਰਨ ਜੈਸੇ ਸਰਪ ਆਰਜਾ ਰੀ। ਕਹਿੰਦੇ ਵੀ ਝਾਤੀ ਮਾਰ ਮਨਾ ਕਿ ਮਨੁੱਖ ਜਨਮ ਤੇ ਤੈਨੂੰ ਮਿਲ ਗਿਆ। ਮਨੁੱਖ ਜਨਮ ਅੰਦਰ ਬੈਠਾ ਵੀ ਤੇਰੇ ਮਨ ਵਿੱਚ ਆਉਂਦਾ ਵੀ ਕੋਈ ਫਰਕ ਨਹੀਂ ਪੈਣ ਵਾਲਾ। ਸੰਸਾਰ ਤੇ ਆਏ ਆ, ਜ਼ਿੰਦਗੀ ਗੁਜ਼ਾਰਨੀ ਹੈ, ਚਲੇ ਜਾਣਾ, ਠੀਕ ਹੈ। ਸੰਸਾਰ ਦੇ ਉੱਤੇ ਆਏ ਆ, ਧਨ ਇਕੱਠਾ ਕਰਨਾ ਹੈ, ਕੋਈ ਘਰ-ਬਾਰ ਬਣਾਉਣਾ ਹੈ, ਚਲੇ ਜਾਣਾ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ ਕਿ ਇੱਦਾਂ ਦੀ ਜ਼ਿੰਦਗੀ ਜਿਹੜੀ ਹੈ ਨਾ, ਤੂੰ ਪਹਿਲਾਂ ਵੀ ਗੁਜ਼ਾਰੀ ਹੈ। ਬੜਾ ਹੈਰਾਨ ਕਿ ਮੈਂ ਇੱਦਾਂ ਦੀ ਜ਼ਿੰਦਗੀ ਗੁਜ਼ਾਰੀ। ਦੇਖੋ, ਕਿਸੇ ਇਨਸਾਨ ਨੂੰ ਕਹੀਏ, ਇਨਸਾਨ ਨੂੰ ਕਿ ਯਾਰ ਤੇਰੀ ਤਾਂ ਜ਼ਿੰਦਗੀ ਕੁੱਤੇ ਵਰਗੀ ਹੈ, ਕਦੀ ਨਹੀਂ ਮੰਨੂਗਾ। ਕਹੂਗਾ ਪਾਗਲ ਬੰਦਾ, ਬੋਲਦਾ ਕੀ ਪਿਆ ਮੈਨੂੰ। ਧਿਆਨ ਦੇਣਾ, ਗੁਰੂ ਸਾਹਿਬ ਕਹਿਣਗੇ ਬਿਨ ਸਿਮਰਨ ਜੈਸੇ ਸਰਪ ਆਰਜਾ ਰੀ। ਆਰਜਾ ਕਹਿੰਦੇ ਉਮਰ ਨੂੰ, ਠੀਕ ਹੈ। ਕਹਿੰਦੇ ਅਗਰ ਤੂੰ ਇਸ ਜਨਮ ਦੇ ਅੰਦਰ ਨਾਮ ਸਿਮਰਨ ਨਹੀਂ ਕਰਦਾ, ਗੁਰੂ ਦਾ ਪੱਲਾ ਨਹੀਂ ਫੜਦਾ, ਤੇ ਤੇਰੀ ਜ਼ਿੰਦਗੀ ਇੱਕ ਸੱਪ ਵਰਗੀ ਹੈ। ਕਹਿੰਦਾ ਉਹ ਕਿਵੇਂ? ਕਹਿੰਦੇ ਧਿਆਨ ਦੇ, ਸਰੂਪ ਬਦਲ ਗਿਆ। ਸਰੂਪ ਤੋਂ ਸੱਪ ਨਹੀਂ ਹੈ, ਸਰੂਪ ਤੋਂ ਸੱਪ ਨਹੀਂ ਹੈ। ਸਰੂਪ ਮਨੁੱਖ ਦਾ ਮਿਲ ਗਿਆ, ਪਰ ਸੁਭਾਅ ਅਜੇ ਵੀ ਸੱਪ ਦਾ ਹੀ ਹੈ। ਕਹਿੰਦੇ ਉਹ ਕਿੱਦਾਂ? ਕਹਿੰਦੇ ਜਦੋਂ ਇਸ ਜਨਮ 'ਚ ਨਾਮ ਸਿਮਰਨ ਨਹੀਂ ਕਰਦਾ, ਭਗਤੀ ਨਹੀਂ ਕਰਦਾ, ਗੁਰੂ ਦੇ ਮਾਰਗ ਤੇ ਨਹੀਂ ਚੱਲਦਾ, ਤੇ ਤੇਰਾ ਜੀਵਨ ਇੱਕ ਸੱਪ ਵਰਗਾ ਹੀ ਹੈ। ਕਹਿੰਦਾ ਉਹ ਕਿਵੇਂ? ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਉਮਰ ਲੰਬੀ ਸੱਪ ਦੀ ਵੀ ਬੜੀ ਹੁੰਦੀ ਹੈ, ਪਰ ਜਿੱਡੀ ਮਰਜ਼ੀ ਉਹਦੀ ਉਮਰ ਹੋਵੇ, ਹੁੰਦਾ ਉਹਦੇ ਸਿਰ 'ਚ ਜ਼ਹਿਰ ਹੀ ਹੈ। ਸਿਰ 'ਚ ਉਹਦੇ ਜ਼ਹਿਰ ਹੀ ਰਹਿੰਦਾ। ਧਿਆਨ ਦੇਣਾ, ਸੱਪ ਅੱਖਰ ਕਿਉਂ ਵਰਤਿਆ? ਸੱਪ ਦੇ ਸਿਰ ਵਿੱਚ ਜ਼ਹਿਰ ਹੁੰਦਾ ਹੈ, ਬਾਕੀ ਕਿਤੇ ਸਰੀਰ 'ਚ ਜ਼ਹਿਰ ਨਹੀਂ ਹੁੰਦਾ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਤੇਰੇ ਅੰਦਰ ਵੀ ਵਿਕਾਰ ਜਿਹੜੇ ਨੇ ਸਰੀਰ 'ਚ ਨਹੀਂ ਹੈ, ਸਿਰ 'ਚ। ਸਿਰ ਕੀ ਹੈ? ਮੱਤ। ਕਹਿੰਦਾ ਤੇਰੀ ਮੱਤ ਜਿਹੜੀ ਆ, ਸਰੀਰ ਸੱਪ ਵਰਗਾ ਨਹੀਂ ਹੈ, ਮੱਤ ਸੱਪ ਵਰਗੀ ਹੈ, ਸਰੀਰ ਸੱਪ ਵਰਗਾ ਨਹੀਂ ਹੈ। ਜੈਸੇ ਅੱਖਰ ਵਰਤੇ ਨਾ, ਉਦਾਹਰਨ ਦਿੱਤੀ ਹੈ। ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰਜਾ ਰੀ। ਆਪਾਂ ਆਰਜਾਰੀ ਪੜ੍ਹ ਲੈਂਦੇ ਹਾਂ, ਆਰਜਾ ਰੀ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਬਿਨਾਂ ਸਿਮਰਨ ਤੋਂ ਤੇਰਾ ਜਿਹੜਾ ਜੀਵਨ ਹੈ ਨਾ, ਉਹ ਸੱਪ ਵਰਗਾ ਹੈ। ਸਰੀਰ ਭਾਵੇਂ ਸੱਪ ਵਰਗਾ ਨਹੀਂ ਹੈ, ਸਰੂਪ ਸੱਪ ਵਰਗਾ ਨਹੀਂ ਹੈ, ਸਰੂਪ ਬਦਲ ਗਿਆ। ਪਹਿਲਾਂ ਸੱਪ ਸੀ, ਹੁਣ ਮਨੁੱਖ ਹੈ, ਪਰ ਮੱਤ ਮਨੁੱਖ ਵਰਗੀ ਨਹੀਂ ਹੈ, ਮੱਤ ਅੱਜ ਵੀ ਸੱਪ ਵਰਗੀ ਹੈ। ਕਹਿੰਦਾ ਕਿਵੇਂ? ਕਹਿੰਦੇ ਸੱਪ ਅੰਦਰ ਜ਼ਹਿਰ ਪੈਦਾ ਹੁੰਦਾ ਹੈ ਸਿਰ ਦੇ ਅੰਦਰ, ਤੇ ਤੇਰੀ ਮੱਤ ਦੇ ਅੰਦਰ ਵਿਕਾਰ ਪੈਦਾ ਹੁੰਦੇ ਆ, ਜੀਵਨ ਤੇਰਾ ਸੱਪ ਵਰਗਾ। ਕਹਿੰਦੇ ਉਹ ਕਿਉਂ? ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਹ ਜਿਹੜਾ ਜ਼ਹਿਰ ਆ,
ਇਹ ਜਿਹੜੇ ਵਿਕਾਰ ਆ, ਜਿਹੜੇ ਮਾੜੇ ਵਿਚਾਰ ਆ, ਕਿੱਥੋਂ ਪੈਦਾ ਹੁੰਦੇ? ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ। ਕਿਉਂਕਿ ਸਿਮਰਨ ਇੱਕ ਐਸਾ ਤੱਤ ਆ, ਐਸਾ ਪਦਾਰਥ ਆ, ਐਸੀ ਅਗਨੀ ਹੈ ਜਿਹੜੇ ਤੁਹਾਡੇ ਅੰਦਰ ਵਿਕਾਰਾਂ ਨੂੰ, ਜ਼ਹਿਰ ਨੂੰ ਸਾੜ ਸਕਦੀ ਹੈ, ਤੁਹਾਡੇ ਅੰਦਰ ਦੀ ਮੈਲ ਨੂੰ ਧੋ ਸਕਦਾ ਹੈ। ਉਹ ਨਾਮ ਹੈ, ਉਹ ਸਿਮਰਨ ਹੈ। ਠੀਕ ਹੈ ਬਈ, ਧਿਆਨ ਦੇਣਾ। ਸੰਸਕ੍ਰਿਤ ਦੇ ਵਿੱਚ ਸਿਮਰਨ ਕਹਿੰਦੇ, ਉਰਦੂ ਦੇ ਵਿੱਚ ਚੇਤੇ ਕਰਨਾ ਕਹਿੰਦੇ, ਪੰਜਾਬੀ ਕਹਿੰਦੇ ਯਾਦ ਕਰਨਾ। ਇਹਦਾ ਮਤਲਬ ਕੀ ਹੈ ਕਿ ਸਿਮਰਨ ਤੋਂ ਭਾਵ ਬਿਨ ਸਿਮਰਨ। ਕਹਿੰਦੇ ਜਿਸ ਮਨੁੱਖ ਜਨਮ ਵਿੱਚ ਬੈਠੇ ਮਨ ਨੂੰ ਉਸ ਪ੍ਰਭੂ ਦੀ ਯਾਦ ਨਹੀਂ ਆਈ, ਕਹਿੰਦੇ ਉਹਦਾ ਜੀਵਨ ਇੱਕ ਸੱਪ ਵਰਗਾ ਹੈ। ਉਹਦਾ ਜੀਵਨ ਇੱਕ ਸੱਪ ਵਰਗਾ ਹੈ। ਸੱਪ ਦੇ ਅੰਦਰ ਜ਼ਹਿਰ ਪੈਦਾ ਹੁੰਦਾ, ਇਹਦੇ ਅੰਦਰ ਵਿਕਾਰ ਪੈਦਾ ਹੁੰਦਾ, ਇੱਕੋ ਜਿਹਾ ਹੀ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਧਿਆਨ ਦੇਈ, ਜਿਹੜਾ ਜ਼ਹਿਰ ਹੈ ਨਾ, ਜ਼ਹਿਰ ਜਦੋਂ ਪੈਦਾ ਹੁੰਦਾ ਹੈ ਤੇ ਉਹ ਜਿਹੜਾ ਸੱਪ ਹੈ ਨਾ, ਜਦੋਂ ਜ਼ਹਿਰ ਜ਼ਿਆਦਾ ਹੋ ਜਾਂਦਾ ਤੇ ਕਦੀ ਧਿਆਨ ਕਰਨਾ ਆਪ ਜੀ, ਸੱਪ ਆਪਣਾ ਸਿਰ ਪੱਥਰ ਤੇ ਵੀ ਮਾਰਦਾ ਹੈ। ਕਦ ਲਈ? ਉਹ ਜ਼ਹਿਰ ਕੱਢਣ ਲਈ, ਕਿਉਂਕਿ ਜ਼ਹਿਰ ਦੇ ਨਾਲ ਸਿਰ ਬੜਾ ਭਾਰਾ ਹੋ ਜਾਂਦਾ ਹੈ। ਤੇ ਧਿਆਨ ਦੇਣਾ, ਜਦੋਂ ਸਾਡੀ ਮੱਤ ਦੇ ਅੰਦਰ ਵਿਕਾਰ ਪੈਦਾ ਹੋ ਜਾਂਦੇ, ਜਦੋਂ ਵਿਕਾਰ ਪੈਦਾ ਹੋ ਜਾਂਦੇ, ਸੱਪ ਪੱਥਰ ਤੇ ਸਿਰ ਮਾਰਦਾ ਜ਼ਹਿਰ ਕੱਢਣ ਲਈ, ਤੇ ਜਿਹਦੇ ਅੰਦਰ ਸਿਮਰਨ ਨਹੀਂ ਹੈ, ਉਹ ਕਦੀ ਕਿਸੇ ਨਾਲ ਮੱਥਾ ਮਾਰਦਾ, ਕਦੀ ਕਿਸੇ ਨਾਲ ਮੱਥਾ ਮਾਰਦਾ, ਆਪਣੇ ਅੰਦਰ ਦੀ ਜ਼ਹਿਰ ਕੱਢਣ ਲਈ। ਪਰ ਵਿਚਾਰ ਕਰਨਾ, ਸੱਪ 5-6 ਬੰਦਿਆਂ ਨੂੰ ਡੰਗੇ ਤੇ ਜ਼ਹਿਰ ਖਤਮ ਹੋ ਜਾਂਦਾ। 5-6 ਬੰਦਿਆਂ ਨੂੰ ਡੰਗੇ, ਜ਼ਹਿਰ ਖਤਮ ਹੋ ਜਾਂਦਾ। ਦੁਬਾਰਾ ਜ਼ਹਿਰ ਪੈਦਾ ਹੋਣ ਲਈ ਕੋਈ 10-15-20 ਦਿਨ ਚਾਹੀਦੇ। ਪਰ ਇਨਸਾਨ ਜਿਹਦੇ ਮੱਤ 'ਚ ਵਿਕਾਰ ਹੈ ਨਾ, ਉਹ ਕਿੰਨੇ ਬੰਦਿਆਂ ਨੂੰ ਡੰਗੇ ਕਹਿੰਦਾ, ਪਰ ਕਿੰਨੇ ਬੰਦਿਆਂ ਨੂੰ ਮਾੜਾ ਕਵੇ ਜਾਂ ਕਿਸੇ ਨਾਲ ਬਹਿਸੇ, ਉਹਨੂੰ 10-15 ਦਿਨ ਨਹੀਂ ਚਾਹੀਦੇ। ਅਗਲੇ ਸੈਕਿੰਡ ਵਿੱਚ ਜ਼ਹਿਰ ਪੈਦਾ ਹੋ ਜਾਂਦਾ ਹੈ, ਅਗਲੇ ਸੈਕਿੰਡ 'ਚ ਹੀ ਮਾੜੇ ਵਿਚਾਰ ਪੈਦਾ ਹੋ ਜਾਂਦੇ ਹਨ, ਉਹ ਲੱਭਣ ਦੀ ਲੋੜ ਨਹੀਂ ਪੈਂਦੀ। ਹੁਣ ਗੁਰੂ ਜੀ ਸਮਝਾਉਂਦੇ ਪਏ ਆ, ਕਹਿੰਦੇ ਮਨਾ, ਕਦੀ ਸੋਚਿਆ ਕਰ ਕਿ ਸਰੂਪ ਇਨਸਾਨ ਦਾ ਤੇ ਸੋਚ ਸੱਪ ਦੀ। ਕਹਿੰਦਾ ਬੜੀ ਮਾੜੀ ਗੱਲ ਹੈ। ਹੁਣ ਗੁਰੂ ਜੀ ਸਮਝਾਉਂਦੇ ਪਏ ਆ, ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਆਪ ਜੀ ਨਾਲ ਇਸ ਦਾ ਸਲੋਕ ਹੈ, ਇਹਨੂੰ ਧਿਆਨ ਨਾਲ ਸਰਵਣ ਕਰਨਾ। ਕਿਉਂ ਧਿਆਨ ਨਾਲ ਸਰਵਣ ਕਰਨ ਲਈ ਕਿਹਾ ਸੀ? ਕੋਈ ਇਨਸਾਨ ਆਪਣੇ ਬੱਚਿਆਂ ਨੂੰ ਕਹਿੰਦਾ ਚਲੋ ਜੂ ਦੇਖ ਕੇ ਆਈਏ, ਚਿੜੀਆ ਘਰ ਦੇਖ ਕੇ ਆਈਏ। ਚੱਲੇ ਗਏ, ਇਕੱਠੇ ਹੋ ਗਏ। ਉੱਥੇ ਜਾ ਕੇ ਦੇਖਿਆ ਬੜੇ ਹੀ ਪ੍ਰਕਾਰ ਦੇ ਜਾਨਵਰ, ਪੰਛੀ ਜੂ ਦੇ ਅੰਦਰ ਦੇਖੇ। ਕਿਸੇ ਦੀ ਕੋਈ ਆਵਾਜ਼ ਹੈ, ਕਿਸੇ ਦੀ ਕੋਈ ਆਵਾਜ਼ ਹੈ, ਕਿਸੇ ਦਾ ਕੋਈ ਸਰੂਪ ਹੈ, ਕਿਸੇ ਦਾ ਕੋਈ ਸਰੂਪ ਹੈ। ਬੜੇ ਖੁਸ਼। ਅੱਜ ਸ਼ੇਰ ਦੇਖਿਆ, ਕੁੱਤੇ ਦੇਖੇ, ਗਿੱਦੜ ਦੇਖੇ, ਕਈ ਪ੍ਰਕਾਰ ਦੇ ਉੱਥੇ ਜਾਨਵਰ ਦੇਖੇ। ਠੀਕ ਹੈ। ਤੇ ਗੁਰੂ ਸਾਹਿਬਾਂ ਨੂੰ ਪਤਾ ਕੀ ਕਹਿੰਦੇ? ਕਹਿੰਦੇ ਵੇਖ ਆਇਆ ਜੂ? ਕਹਿੰਦਾ ਵੇਖ ਆਇਆ। ਕਹਿੰਦਾ ਫਿਰ ਧਿਆਨ ਦੇਈਂ, ਜੂ ਵੇਖ ਕੇ ਆਇਆ ਤੇ ਕਿੰਨੇ ਕੁ ਜਾਨਵਰ ਮਿਲੇ? ਕਦੀ ਆਪਣੇ ਮਨ 'ਚ ਝਾਤੀ ਮਾਰ, ਸਭ ਤੋਂ ਵੱਡਾ ਜੂ, ਸਭ ਤੋਂ ਵੱਡਾ ਚਿੜੀਆ ਘਰ ਤੇਰੇ ਅੰਦਰ ਹੈ। ਜਿੰਨੇ ਕੁ ਜਾਨਵਰ ਵੇਖ ਕੇ ਆਇਆ, ਉਹ ਤੋਂ ਵੱਧ ਜਾਨਵਰਾਂ ਦਾ ਸੁਭਾਅ ਤੇਰੇ ਅੰਦਰ ਹੈ। ਆਪਣੇ ਅੰਦਰ ਝਾਤੀ ਮਾਰ ਕੇ ਜੂ ਹੀ ਵੇਖਣਾ, ਚਿੜੀਆ ਘਰ ਹੀ ਵੇਖਣੇ, ਆਪਣੇ ਅੰਦਰ ਵੇਖ। ਬੜਾ ਬੰਦਾ ਹੈਰਾਨ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੀ ਵੱਡੀ ਗੱਲ ਕਰ ਰਹੇ ਹੋ। 1300 ਤੇ 59 ਅੰਗ ਦੇ ਉੱਤੇ ਕਹਿਣ ਲੱਗੇ ਵੀ ਚਿੜੀਆ ਘਰ ਤੇਰੇ ਅੰਦਰ ਹੈ। ਬੜੀ ਹੈਰਾਨਗੀ ਦੀ ਗੱਲ ਹੈ। ਕਿਸੇ ਇਨਸਾਨ ਨੂੰ ਕਹਿ ਦਈਏ ਤੂੰ ਕੁੱਤਾ ਹੈ, ਤੂੰ ਡੰਗਰ ਹੈ, ਬੜਾ ਦੁਖੀ ਹੁੰਦਾ, ਸਿਰ ਪਾੜ ਨੂੰ ਫਿਰਦਾ ਕਿਹਦਾ। ਤੇ ਇੱਥੇ ਗੁਰੂ ਸਾਹਿਬ ਨੇ ਪਤਾ ਕੀ ਕਹਿੰਦੇ? ਉਦਿਆਨ ਬਸਨਮ ਸੰਸਾਰਨ ਸੰਬੰਧੀ ਸੁਵਾਨ ਸਿਆਲ ਖਰੇ।
ਉਦਿਆਨ, ਉਦਿਆਨ ਕਿਹਨੂੰ ਕਹਿੰਦੇ? ਜੰਗਲ ਨੂੰ। ਕਹਿੰਦੇ ਭੋਲਿਆ ਮਨਾ, ਉਦਿਆਨ ਬਸਨੰ ਸੰਸਾਰ। ਕਹਿੰਦਾ ਸਾਰਾ ਸੰਸਾਰ ਜਿਹੜਾ ਨਾ ਇੱਕ ਜੰਗਲ ਦੀ ਨਿਆਈ ਹੈ। ਆਪ ਜੀ ਕਦੀ ਵਿਚਾਰ ਕਰਨਾ, ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਗੁਰੂ ਜੀ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ। ਹੁੰਦਾ ਜੋ ਬ੍ਰਹਮੰਡ ਦੇ ਵਿੱਚ ਆ ਉਹ ਤੇਰੇ ਸਰੀਰ ਦੇ ਅੰਦਰ ਹੈ। ਇਹਦਾ ਮਨ ਇਸ਼ਾਰਾ ਹੈ ਕਿ ਜਿਹੜਾ ਚਿੜੀਆ ਘਰ 'ਚ ਵੇਖਿਆ ਉਹ ਤੇਰੇ ਅੰਦਰ ਵੀ ਹੈ। ਉਹ ਕਹਿੰਦੇ ਉਦਿਆਨ ਬਸਤਮ ਸੰਸਾਰ। ਕਹਿੰਦਾ ਇਹ ਜਿਹੜਾ ਸੰਸਾਰ ਹੈ ਨਾ, ਇੱਕ ਜੰਗਲ ਹੈ, ਤੇ ਮਨਾ ਇਹ ਤੇਰਾ ਇਸ ਸੰਸਾਰ ਰੂਪੀ ਜੰਗਲ ਦੇ ਅੰਦਰ ਵਾਸਾ ਹੈ। ਉਹ ਕਿੱਥੇ? ਅੰਦਰ। ਕਹਿੰਦਾ ਤੇਰੇ ਅੰਦਰ ਇੱਕ ਜੰਗਲ ਦੀ ਨਿਆਈ, ਇੱਕ ਐਸਾ ਵੱਡਾ ਜੱਗ ਆ, ਸੰਸਾਰ ਆ, ਔਰ ਉਹਦੇ ਵਿੱਚ ਤੂੰ ਵਸਦਾ ਪਿਆ। ਤੇਰਾ ਸੰਬੰਧ ਕਿਹਦੇ ਨਾਲ ਆ? ਹੁਣ ਤੁਸੀਂ ਲਾਓ ਹਿਸਾਬ, ਜੰਗਲ 'ਚ ਰਹਿਣ ਵਾਲੇ ਬੰਦੇ ਦਾ ਸੰਬੰਧ ਕਿਹਦੇ ਨਾਲ ਹੋਊਗਾ? ਜੰਗਲੀ ਜਾਨਵਰਾਂ ਨਾਲ ਹੀ। ਚਿੜੀਆ ਘਰ ਵਿੱਚ ਜਿਹੜੇ ਲੋਕ ਉੱਥੇ ਰਹਿੰਦੇ ਆ, ਜਿਹੜੇ ਉਹਨਾਂ ਦੀ ਦੇਖ ਰੇਖ ਕਰਦੇ ਚਿੜੀਆ ਘਰ 'ਚ, ਕਦੀ ਵੇਖਿਓ ਭਲਾ? ਉਹਨਾਂ ਨੂੰ ਤੁਸੀਂ ਜਾ ਕੇ ਪੁੱਛੋ, ਠੀਕ ਆ? ਅਸੀਂ ਲੋਕ ਡਰਦੇ ਹਾਂ ਕਿਸੇ ਜੀ ਨੂੰ ਹੱਥ ਲਾਉਣ ਲੱਗਿਆ, ਉਹਦੇ ਲਾਗੇ ਜਾਣ ਲੱਗਿਆ। ਉੱਥੇ ਰਹਿਣ ਵਾਲੇ ਬੜੇ ਪਿਆਰ, ਕੁਝ ਨਹੀਂ ਕਹਿੰਦੇ ਵੀ ਤੈਨੂੰ ਕਿੱਦਾਂ ਪਤਾ? ਜਾਨਵਰ ਤੇ ਜਾਨਵਰ ਹੈ। ਤੂੰ ਕੀ ਕਹਿੰਦਾ? ਉਹ ਅਸੀਂ ਇਹਨਾਂ ਕੋਲ ਹੀ ਰਹਿੰਦੇ ਹਾਂ। ਸੁਭਾਅ ਦਾ ਪਤਾ ਲੱਗ ਗਿਆ ਨਾ, ਸੰਬੰਧ ਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ, ਤੇਰੇ ਅੰਦਰ ਵੀ ਚਿੜੀਆ ਘਰ ਆ, ਤੇ ਤੇਰਾ ਸੰਬੰਧ ਵੀ ਉਹਨਾਂ ਜਾਨਵਰਾਂ ਨਾਲ ਹੀ ਹੈ। ਬੜੀ ਹੈਰਾਨੀ ਵਾਲੀ ਗੱਲ ਹੈ। ਪਾਤਸ਼ਾਹ ਕੀ ਕਹਿੰਦਾ? ਕਹਿੰਦੇ ਹਾਂ, ਕਿਹਦੇ ਨਾਲ ਸੰਬੰਧ ਆ? ਕਹਿੰਦੇ ਸੰਬੰਧੀ, ਤੇਰੇ ਸੰਬੰਧੀ ਕੌਣ ਨੇ? ਕੀ ਕਹਿਣ ਲੱਗੇ? ਸੁਹਾਨ। ਸੁਹਾਨ ਕੌਣ ਹੈ? ਕੁੱਤਾ। ਕੁੱਤਾ। ਫਿਰ ਕੀ ਕਹਿਣ ਲੱਗੇ? ਸਿਆਲ। ਸਿਆਲ ਕਹਿੰਦੇ ਗਿੱਦੜ ਨੂੰ, ਖਰੇ ਕਹਿੰਦੇ ਖੋਤੇ ਨੂੰ। ਕਹਿੰਦੇ ਤੇਰਾ ਇਹਨਾਂ ਨਾਲ ਸੰਬੰਧ ਹੈ। ਕਹਿੰਦਾ ਕਿਵੇਂ? ਕਹਿੰਦੇ ਮਾਰ ਜਾਤੀ। ਤੇਰਾ ਇਹਨਾਂ ਨਾਲ ਸੰਬੰਧ ਹੈ। ਕਹਿੰਦੇ ਕਿਵੇਂ ਸੰਬੰਧ ਆ? ਕਹਿੰਦੇ ਵੀ ਤੇਰੇ ਅੰਦਰ ਦੀ ਖੇਡ ਜਿਹੜੀ ਆ, ਅੰਦਰ ਦਾ ਸੁਭਾਅ ਕੁੱਤੇ ਵਰਗਾ ਹੈ। ਸਰੀਰ ਤੇਰਾ ਕੁੱਤਾ ਨਹੀਂ ਹੈ। ਸਰੀਰ ਤੋਂ, ਕੁੱਤੇ ਤੋਂ ਦੂਰ ਹੋ ਗਿਆ ਤੂੰ। ਕਦੇ ਇੱਕ ਵਕਤ ਸੀ ਤੂੰ ਸਰੀਰ ਕਰਕੇ ਵੀ ਕੁੱਤਾ ਸੀ, ਉਹ ਤੋਂ ਦੂਰ ਹੋ ਗਿਆ। ਪਰ ਅੱਜ ਸਰੀਰ ਕਰਕੇ, ਸਰੂਪ ਕਰਕੇ ਤੂੰ ਮਨੁੱਖ ਆ, ਪਰ ਸੁਭਾਅ ਕਰਕੇ ਕੁੱਤਾ ਹੈ। ਇੱਕ ਜਗ੍ਹਾ ਤੇ ਫਰੀਦ ਜੀ ਨੇ ਵੀ ਕਿਹਾ, ਸ਼ਾਇਦ ਆਪ ਜੀ ਨੇ ਵਿਚਾਰਿਆ ਹੋਵੇ ਕਦੀ, ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁਝੇ ਦੇ ਰਹਾ ਕਿੱਤੀ ਵਗੇ ਪੌਣ। ਹੁਣ ਧਿਆਨ ਦਿਓ, ਬੰਦਾ ਕਿਤੇ ਕਵੇ ਵੀ ਆ ਫਰੀਦ ਜੀ ਕਹਿੰਦੇ ਆ ਵੀ ਕੁੱਤਾ ਭੌਂਕਦਾ ਬੜਾ, ਤੇ ਕੋਈ ਇਨਸਾਨ ਕਹੇ ਤੇ ਕੁੱਤਾ ਰੱਖਿਆ ਹੀ ਨਹੀਂ, ਅਸੀਂ ਕੰਨਾਂ 'ਚ ਬੁਝੇ ਕਿਉਂ ਦਈਏ? ਇਹ ਤਾਂ ਕੁੱਤਾ ਰੱਖਿਆ ਸਾਡੇ ਘਰ, ਤੇ ਕੁੱਤੇ ਦੀ ਆਵਾਜ਼ ਨਹੀਂ ਆਉਂਦੀ। ਫਿਰ ਉਪਦੇਸ਼ ਝੂਠਾ ਹੋ ਗਿਆ ਵੀ ਇਹ ਗੱਲ ਉਹਦੇ ਲਈ ਹੈ ਜਿਹੜਾ ਜਿਹਦੇ ਕੁੱਤਾ ਰੱਖਿਆ। ਜਿਹਦੇ ਕੋਲ ਕੁੱਤਾ ਹੈ ਨਹੀਂ, ਉਹ ਚੁੱਪ ਕਰਕੇ ਚੱਲ ਜੇ, ਕੰਨ ਕੇਸ ਮਾਰ ਕੇ ਵੀ ਆਪਣੇ ਕੋਲ ਵੀ ਪੰਕਤੀ ਸੁਣਦੀ, ਸਾਡੇ ਕੋਲ ਕੁੱਤਾ ਤਾਂ ਹੈਗਾ ਹੀ ਨਹੀਂ। ਪਰ ਨਹੀਂ, ਉਹ ਕਹਿੰਦੇ ਮੈਂ ਉਸ ਕੁੱਤੇ ਦੀ ਗੱਲ ਨਹੀਂ ਕੀਤੀ, ਅੰਦਰ ਦੇ ਸੁਭਾਅ ਦੀ ਗੱਲ ਕੀਤੀ ਹੈ। ਫਰੀਦਾ ਇਹ ਤਨ ਭੌਂਕਣਾ, ਇੱਥੇ ਤਨ ਕਿਹਨੂੰ ਕਿਹਾ? ਗਿਆਨ ਇੰਦਰੀਆਂ ਨੂੰ। ਕਹਿੰਦੇ ਜਿਹੜੇ ਗਿਆਨ ਇੰਦਰੀਆ ਬੜਾ ਹੀ ਭੌਂਕਦੇ ਆ। ਹੁਣ ਇਹਨਾਂ ਗਿਆਨ ਇੰਦਰੀਆਂ ਦੀ ਆਵਾਜ਼ ਜਾਂਦੀ ਕਿਹਨੂੰ ਆ? ਕਿਸੇ ਗੁਆਂਢੀ ਨੂੰ ਤਾਂ ਜਾਂਦੀ ਨਹੀਂ। ਤੁਸੀਂ ਇਹਨਾਂ ਅੱਖਾਂ ਦੇ ਨਾਲ ਵੇਖਿਆ ਕੁਛ, ਇਹਨਾਂ ਅੱਖਾਂ ਦੇ ਨਾਲ ਵੇਖਿਆ ਕੁਛ, ਤੇ ਵੇਖ ਕੇ ਕੀ ਕਿਹਾ? ਯਾਰ ਮੈਂ ਵੀ ਲੈਣਾ, ਇਹ ਚੀਜ਼ ਮੇਰੇ ਕੋਲ ਵੀ ਹੋਣੀ ਚਾਹੀਦੀ। ਦੱਸੋ, ਇਸ ਗਿਆਨ ਇੰਦਰ ਦੀ ਆਵਾਜ਼ ਗੁਆਂਢੀ ਨੂੰ ਗਈ ਕਦੀ? ਨਾਲ ਬੈਠੀ ਘਰ ਵਾਲੀ ਉਹਨੂੰ ਕਦੀ ਆਵਾਜ਼ ਗਈ ਕਿ ਮੈਂ ਜੋ ਦੇਖਿਆ, ਉਸ ਦੇਖਣ ਦੇ ਪਿੱਛੇ ਮੈਂ ਸੋਚਿਆ ਕੀ ਹੈ? ਉਹਨੂੰ ਨਹੀਂ ਪਤਾ। ਪਰ ਇਸ ਗਿਆਨ ਇੰਦਰ ਦੀ ਆਵਾਜ਼ ਕਿਹਨੇ ਸੁਣੀ? ਮਨ ਨੇ। ਦੱਸੋ ਫਿਰ ਗੱਲ ਬਣ ਗਈ ਨਾ ਬਣ ਗਈ? ਕਹਿੰਦੇ ਇਹ ਸਰੀਰ ਭੌਂਕਦਾ ਹੈ, ਗਿਆਨ ਇੰਦਰੀ ਭੌਂਕਦੇ ਆ, ਤੇ ਮਨ ਸੁਣ ਸੁਣ ਕੇ ਦੁਖੀ ਹੋ ਗਿਆ। ਬਣ ਗਈ ਨਾ ਗੱਲ? ਹੁਣ ਸਿਰਫ ਸਮਝਣਾ ਆ, ਆਪਾਂ ਸਮਝਿਆ ਨਹੀਂ, ਵਿਚਾਰਿਆ ਨਹੀਂ, ਸਾਨੂੰ ਲੋੜ ਹੀ ਨਹੀਂ ਪਈ।
ਉਹ ਕਹਿਣ ਲੱਗੇ ਵੀ ਸਿਵਾਨ ਕੁੱਤੇ ਦਾ ਸੁਭਾਅ ਇਹਦਾ। ਠੀਕ ਹੈ। ਹੁਣ ਆਪ ਜੀ ਵਿਚਾਰ ਕਰਨਾ ਵੀ ਅੱਜ ਦੇ ਸ਼ਲੋਕ ਅੰਦਰ ਕਈ ਪ੍ਰਕਾਰ ਦੇ ਜਾਨਵਰਾਂ ਦਾ ਨਾਂ ਆਉਣਾ। ਠੀਕ ਹੈ। ਕੀ ਕਹਿਣ ਲੱਗੇ? ਸਿਆਲ, ਸਿਆਲ ਕਹਿੰਦੇ ਗਿੱਦੜ ਨੂੰ। ਗਿੱਦੜ ਕੀ ਹੈ? ਗਿੱਦੜ ਅੱਖਰ ਉੱਥੇ ਵਰਤਿਆ ਜਾਂਦਾ ਜਿੱਥੇ ਡਰ ਪੈਦਾ ਹੋਵੇ। ਗਿੱਦੜ ਡਰਦਾ ਬੜਾ। ਕੋਈ ਪ੍ਰਾਣੀ ਕਿਸੇ ਗੱਲ ਤੋਂ ਡਰੇ, ਕੀ ਕਹਿੰਦਾ? ਯਾਰ ਤੂੰ ਗਿੱਦੜ ਹੈ। ਹੁਣ ਸਾਡਾ ਸੁਭਾਅ ਗਿੱਦੜ ਵਰਗਾ ਬਣ ਚੁੱਕਾ। ਕਹਿੰਦੇ ਉਹ ਕਿਵੇਂ? ਡਰ ਬੜਾ। ਕੈਸਾ ਡਰ? ਡਰ ਕੈਸਾ ਹੈ? ਦੇਖਿਓ, ਹਰ ਇਨਸਾਨ ਇੱਕੋ ਚੀਜ਼ ਤੋਂ ਡਰੀ ਜਾਂਦਾ, ਕਿਤੇ ਮਰ ਨਾ ਜਾਵਾਂ, ਕਿਤੇ ਮਰ ਨਾ ਜਾਵਾਂ। ਤੇ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿੰਦੇ ਸਰੂਪ ਤੋਂ ਇਨਸਾਨ ਬਣ ਗਏ, ਸੁਭਾਅ ਤੋਂ ਅਜੇ ਵੀ ਗਿੱਦੜੀ ਹੈ। ਤਾਂ ਤੇਰੇ ਕੋਲ ਸਿਮਰਨ ਨਹੀਂ ਹੁੰਦਾ। ਗਿੱਦੜ ਸੁਭਾਅ ਛੱਡ। ਕਹਿੰਦਾ ਕਿਵੇਂ ਛੱਡਾਂ? ਪੜ੍ਹੋ ਬਾਣੀ ਚੋਂ, ਨਿਰਭਉ ਹੋਏ ਭਜੋ ਭਗਵਾਨ। ਕਹਿੰਦਾ ਨਿਰਭਉ ਹੋ, ਡਰ ਤੋਂ ਰਹਿ ਤੋ। ਇਹਦਾ ਮਤਲਬ ਗਿੱਦੜ ਦੀ ਬਿਰਤੀ ਨੂੰ ਛੱਡ ਤੇ ਆਪਣੇ ਸਰੂਪ 'ਚ ਆ। ਕਿਹੜੇ 'ਚ? ਤੂੰ ਇਨਸਾਨ ਦੇ ਸਰੂਪ 'ਚ ਬੈਠਾ ਹੈ, ਇਨਸਾਨ 'ਚ ਆ। ਤੁਸੀਂ ਕਦੀ ਵੇਖਿਓ, ਪੜ੍ਹੇ ਲਿਖਿਓ, ਸਮਝਦਾਰ ਬੈਠੇ ਹੋ, ਕਦੀ ਵੀ ਕਿਸੇ ਨੇ ਕੁੱਤੇ ਨੂੰ ਕਿਹਾ ਨਹੀਂ ਉਹ ਕੁੱਤਿਆ ਕੁੱਤਾ ਬਣੋ, ਉਹ ਡੰਗਰਾ ਡੰਗਰ ਬਣ, ਕਦੀ ਕਿਹਾ? ਪਰ ਬੰਦੇ ਨੂੰ ਜ਼ਰੂਰ ਕਹੀਦਾ ਯਾਰ ਬੰਦਿਆ ਬੰਦਾ ਬਣ। ਕਿਤੇ ਲੜ ਪਈਏ ਤੇ ਫੈਸਲਾ ਕਰਾਉਣ ਲੱਗੀ, ਤੁਹਾਡੀ ਕੋਈ ਗੱਲ ਹੀ ਨਾ ਸਮਝੇ, ਮੰਨੇ ਹੀ ਨਾ, ਕੀ ਕਹਿੰਦਾ? ਉਹ ਯਾਰ ਬੰਦਿਆ ਬੰਦਿਆਂ ਵਾਲੀ ਗੱਲ ਕਰ। ਕਹਿੰਦੀ ਤਾਂ ਨਾ ਬੰਦਿਆ ਬੰਦਿਆਂ ਵਾਲੀਆਂ ਗੱਲ ਕਰ ਯਾਰ, ਕੀ ਕਰਨ ਡਿਆ? ਇਹਦਾ ਮਤਲਬ ਕਿ ਤੂੰ ਗੱਲ ਸਮਝ ਸਕਦਾ। ਕਿਸੇ ਕੁੱਤੇ ਨੂੰ ਡੰਗਰ ਨੂੰ ਕੀ ਸਮਝਾਈਏ? ਇਹਦਾ ਮਤਲਬ ਬੰਦਾ ਹੈ ਪਰ ਸਮਝ ਬੰਦਿਆਂ ਵਾਲੀ ਨਹੀਂ ਹੈ। ਗੁਰੂ ਜੀ ਕਹਿੰਦੇ ਇਨਸਾਨ ਦਾ ਸਰੂਪ ਹੈ ਪਰ ਅੰਦਰ ਇਨਸਾਨੀਅਤ ਨਹੀਂ ਹੈ। ਸੁਭਾਅ ਗਿੱਦੜ ਵਾਲਾ, ਡਰੀ ਤੁਰੀ ਜਾਨਾ, ਡਰੀ ਤੁਰੀ ਜਾਨਾ। ਕਦੀ ਨਹੀਂ ਕਹਿੰਦਾ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ। ਬਣ ਗਈ ਗੱਲ। ਫਿਰ ਕਹਿੰਦੇ ਖਰੇ, ਖਰੇ ਕਹਿੰਦੇ ਗਧੇ ਨੂੰ, ਖੋਤੇ ਨੂੰ। ਕਹਿੰਦੇ ਦੇਖ ਬਈ ਸੁਭਾਅ ਖੋਤੇ ਵਾਲਾ ਇਹਦਾ। ਕਹਿੰਦਾ ਕਿਵੇਂ? ਕਹਿੰਦੇ ਖੁੱਤ ਦਾ ਕੰਮ ਹੀ ਇਹੀ ਹੈ, ਰੂੜੀਆਂ ਤੇ ਗੰਦਗੀ ਖਾਈ ਜਾਣੀ, ਮੂੰਹ ਮਾਰੀ ਜਾਣਾ, ਐਵੇਂ ਤੁਰੇ ਫਿਰਨਾ। ਨਾ ਤੇਰੀ ਵੀ ਮਨ ਬਿਰਤੀ ਗਧੇ ਵਰਗੀ ਹੈ। ਕਦੀ ਆਪਣੇ ਅੰਦਰ ਟਿਕ ਕੇ ਆਪਣੀ ਪਹਿਚਾਣ ਕਰਦਾ ਨਹੀਂ, ਗਧੇ ਵਾਂਗੂ ਫਿਰਦਾ ਹੀ ਰਹਿੰਦਾ। ਸਿਰਫ ਸਮਝਣਾ। ਹੁਣ ਵਿਚਾਰ ਕਰੀਏ। ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਕਹਿੰਦੇ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਉਸ ਪਰਮਾਤਮਾ ਦੀ ਯਾਦ ਚੋਂ, ਕਹਿੰਦਾ ਜੀਵਨ ਸੱਪ ਵਰਗਾ ਹੀ। ਸੱਪ ਦੇ ਸਿਰ 'ਚ ਜ਼ਹਿਰ ਪੈਦਾ ਹੁੰਦਾ ਤੇ ਤੇਰੇ ਸਿਰ ਦੇ ਅੰਦਰ ਵਿਕਾਰ ਪੈਦਾ ਹੁੰਦੇ। ਫਿਰ ਕੀ ਕਹਿਣ ਲੱਗੇ? ਕਹਿੰਦੇ ਤਿਉਂ ਜੀਵੇ ਸਾਕਤ ਨਾਮ ਵਿਸਾਰੀ। ਤਿਉਂ ਜੀਵੇ। ਸਾਕਤ, ਸਾਕਤ ਕੌਣ ਹੈ? ਮਨਮੁਖ, ਮਨਮੁਖ ਕੌਣ ਹੈ? ਸਾਕਤ ਦੀ ਪਹਿਚਾਣ ਕਰੀਏ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਣ। ਸਾਕਤ ਐਸਾ ਹੈ। ਕਹਿੰਦੇ ਸਾਕਤ ਬੰਦਾ ਪਤਾ ਕਿਹਦੇ ਵਰਗਾ ਹੈ? ਕਹਿੰਦਾ ਕਿਹਦੇ ਵਰਗਾ? ਜੈਸੀ ਲਸਣ ਕੀ ਖਾਣ। ਖਾਣ ਕਹਿੰਦੇ ਨੇ ਜ਼ਿਆਦਾ ਕੋਈ ਚੀਜ਼ ਰੱਖੀ ਹੋਵੇ ਉਹਨੂੰ ਖਾਣ ਕਹਿੰਦੇ ਆ। ਸਟੋਰ ਭਰਿਆ ਹੋਇਆ, ਆਪਾਂ ਕਹਿੰਦੇ ਉਹਦੇ ਘਰ ਤੇ ਲਸਣ ਦੀ ਖਾਣ ਆ, ਸਟੋਰ ਭਰਿਆ, ਬਹੁਤ ਜ਼ਿਆਦਾ ਲਸਣ ਉਹਦੇ ਘਰ। ਕਿਸੇ ਕਹਿੰਦੇ ਨੇ ਕਿਸੇ ਕੋ ਅਮੀਰ ਆਦਮੀ ਕੋ ਪੈਸੇ ਦੀ ਖਾਣ ਹੈ, ਉਹ ਤਾਂ ਪੈਸਾ ਬੜਾ ਉਹਦੇ ਕੋਲ। ਇੱਦਾਂ ਗੁਰੂ ਜੀ ਕਹਿਣ ਲੱਗੇ, ਉਹਦੇ ਕਬੀਰ ਸਾਕਤ ਐਸਾ ਹੈ। ਕਹਿੰਦੇ ਜਿਹੜਾ ਸਾਕਤ ਬੰਦਾ ਨਾ, ਸਾਕਤ ਤਨ ਨਹੀਂ ਹੁੰਦਾ, ਸਾਕਤ ਮਨ ਹੁੰਦਾ। ਸਾਕਤ ਕਿਹਨੂੰ ਕਹਿੰਦੇ? ਜਿਹੜਾ ਕਿਸੇ ਦੀ ਗੱਲ ਮੰਨਦਾ ਨਹੀਂ ਹੈ, ਜਿਹੜਾ ਕਿਸੇ ਦੇ ਮਾਰਗ ਤੇ ਨਹੀਂ ਚੱਲਦਾ। ਸਿੱਖ ਦਾ ਕੀ ਕਸੂਰ ਹੈ ਵਿਚਾਰੇ ਦਾ? ਮਨ ਜਿਹੜੇ ਪਾਸੇ ਲੈ ਤੁਰਦਾ ਤੁਰ ਪੈਂਦਾ। ਜੈਸੀ ਲਸਣ ਕੀ ਖਾਣ। ਕਹਿੰਦੇ ਜਿਵੇਂ ਨਾ ਲਸਣ ਦਾ ਸਟੋਰ ਭਰਿਆ, ਲਸਣ ਬਹੁਤ ਜ਼ਿਆਦਾ ਹੈ। ਠੀਕ ਹੈ। ਕਿਵੇਂ? ਕਹਿੰਦੇ ਜਿਵੇਂ ਲਸਣ ਜਿਹੜਾ ਨਾ
ਸਟੋਰ ਭਰਿਆ ਹੋਵੇ ਤੇ ਕਦੀ ਜ਼ਿੰਦਗੀ 'ਚ ਯਾਦ ਰੱਖਿਓ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਕਹਿੰਦੇ ਲਸਣ ਇੱਕ ਐਸੀ ਚੀਜ਼ ਹੈ ਕਿ ਕੋਈ ਲੁੱਕ ਕੇ ਵੀ ਖਾ ਲਵੇ ਨਾ ਤਾਂ ਵੀ ਉਹਦੇ ਮੂੰਹ 'ਚੋਂ ਲਸਣ ਦੀ ਬੋ ਆਉਂਦੀ ਹੈ। ਕਹਿਦਾ ਸੁਭਾਵਕ ਇਹ ਲਸਣ ਖਾਧਾ। ਤੇ ਕਬੀਰ ਜੀ ਕਹਿੰਦੇ ਮਨ ਸਾਕਤ ਜਿਹੜਾ ਨਾ, ਪਤਾ ਕਿਹਦੇ ਵਰਗਾ ਹੈ? ਜਿਵੇਂ ਲਸਣ ਦਾ ਸਟੋਰ ਆ। ਕਹਿੰਦਾ ਭਾਵ ਕਿ ਜਿਵੇਂ ਲਸਣ ਦੇ ਵਿੱਚੋਂ ਸਮੈਲ ਆਉਂਦੀ ਆ, ਕਹਿੰਦਾ ਜਿਹੜਾ ਸਾਕਤ ਆ ਗੁਰੂ ਦੇ ਮੱਗ ਤੇ ਨਹੀਂ ਚੱਲਦਾ, ਉਹਦੇ ਵਿੱਚੋਂ ਹਉਮੈ ਦੀ ਵਿਕਾਰਾਂ ਦੀ ਬੋ ਆਉਂਦੀ ਹੈ। ਕਹਿੰਦੇ ਲਸਣ ਸਟੋਰ ਭਰਿਆ ਪਿਆ ਤੇ ਸਾਕਤ ਦੇ ਮਨ ਵਿੱਚ ਵਿਕਾਰ ਭਰੇ ਪਏ, ਕੋਨੇ ਬੈਠੇ ਖਾਈਏ। ਕਹਿੰਦਾ ਇਹ ਪ੍ਰਾਣੀ ਜਿਹੜਾ ਗੁਰੂ ਦੇ ਮੱਗ ਤੇ ਨਹੀਂ ਚੱਲਦਾ, ਜਿੱਦਾਂ ਮਰਜ਼ੀ ਲੁੱਕ ਛੁੱਕ ਕੇ ਰਵੇ, ਪਰ ਇਹ ਕਦੀ ਵੀ ਗੱਲ ਕਰਨ ਨੂੰ ਰਹਿ ਨਹੀਂ ਸਕਦਾ, ਕਿ ਇਹਦੀ ਨਿੰਦਿਆ ਕਰਨ ਤੋਂ ਬਗੈਰ ਰਹਿ ਨਹੀਂ ਸਕਦਾ। ਹੁਣ ਗੁਰੂ ਜੀ ਕਹਿੰਦਾ ਤਿਉਂ ਜੀਵੇ ਸਾਕਤ ਨਾਮ ਵਿਸਾਰੀ। ਕਹਿੰਦਾ ਉਸ ਸੱਪ ਦੀ ਨਿਆਈ ਜਿਹੜਾ ਗੁਰੂ ਦੇ ਮੱਗ ਤੇ ਨਹੀਂ ਚੱਲਦਾ ਨਾ, ਉਹ ਜ਼ਿੰਦਗੀ ਜਿਉਂਦਾ ਹੈ ਪਰ ਨਾਮ ਨੂੰ ਭੁੱਲ ਕੇ ਜਿਉਂਦਾ ਹੈ। ਪਰਮਾਤਮਾ ਦੀ ਯਾਦ 'ਚੋਂ ਪਰਾਂ ਹੋ ਕੇ ਜ਼ਿੰਦਗੀ ਜਿਉਂਦਾ, ਪਰਮਾਤਮਾ ਦੀ ਯਾਦ ਵਿੱਚ ਜ਼ਿੰਦਗੀ ਨਹੀਂ ਜਿਉਂਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਉਹ ਭੋਲਿਓ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਕਹਿੰਦੇ ਕੈਸੀ? ਕਹਿਣ ਲੱਗੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਰਥੀਆ। ਏਕ ਨਿਮਖ, ਨਿਮਕ ਕਹਿੰਦੇ ਨੇ ਅੱਖ ਦੇ ਚਮਕੇ ਨੂੰ। ਕਹਿੰਦਾ ਏਕ ਨਿਮਖ ਜੋ ਸਿਮਰਨ ਮੈਂ ਜੀਆ। ਹੁਣ ਜੀਏ ਦਾ ਭਾਵ ਕੀ ਹੈ? ਜ਼ਿੰਦਗੀ ਗੁਜ਼ਾਰੀ ਹੋਈ। ਆਪਾਂ ਕੀ ਕਹਿੰਦੇ? ਕਿਸੇ ਲਈ ਆਪਾਂ ਲੜ ਪੈਂਦੇ ਹਾਂ, ਕਿਸੇ ਲਈ ਮੀਆਂ ਬੀਬੀ ਦੀ ਲੜਾਈ ਹੋ ਗਈ। ਮੀਆਂ ਬੀਬੀ ਦੀ ਲੜਾਈ ਹੋ ਗਈ ਤੇ ਉਹ ਫੈਸਲੇ ਵਾਲੀ ਗੱਲ ਬੈਠੀ ਨਾ, ਤੇ ਜੇ ਕਿਤੇ ਜਨਾਨੀ ਦੀ ਗਲਤੀ ਹੈ ਤੇ ਬੰਦਾ ਕਹਿੰਦਾ ਕਿਸੇ ਨੂੰ ਤੁਸੀਂ ਇਹਦੇ ਨਾਲ ਇੱਕ ਜ਼ਿੰਦਗੀ ਗੁਜ਼ਾਰ ਕੇ ਤੇ ਵੇਖੋ, ਤੁਹਾਨੂੰ ਪਤਾ ਲੱਗੇ। ਕਿਤੇ ਬੰਦੇ ਦੀ ਗਲਤੀ ਹੈ ਤੇ ਜਨਾਨੀ ਭਰੀ ਸਭਾ 'ਚ ਕਹਿੰਦੀ ਇਸ ਬੰਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰ ਕੇ ਦੇਖੋ ਥੋੜ੍ਹਾ ਟਾਈਮ, ਤੁਹਾਨੂੰ ਪਤਾ ਲੱਗੇ ਸੁਭਾਅ ਕਿੱਦਾਂ ਦਾ। ਇਹਦਾ ਮਤਲਬ ਜੀਆ ਦਾ ਭਾਵ ਕੀ ਹੈ ਕਿ ਜ਼ਿੰਦਗੀ ਜੀ ਕੇ ਵੇਖੋ, ਸਮਾਂ ਗੁਜ਼ਾਰ ਕੇ ਵੇਖੋ। ਤੇ ਗੁਰੂ ਸਾਹਿਬਾਨ ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ। ਕਹਿੰਦਾ ਜਿਸ ਪ੍ਰਾਣੀ ਨੇ ਇੱਕ ਅੱਖ ਦੇ ਝਮੱਕੇ ਦੇ ਬਰਾਬਰ ਵੀ ਉਸ ਪਰਮਾਤਮਾ ਦੇ ਨਾਮ 'ਚ ਜੀਵਨ ਗੁਜ਼ਾਰਿਆ, ਜੀਵਨ ਗੁਜ਼ਾਰਿਆ ਹੈ। ਕਹਿੰਦੇ ਮੈਂ ਉਹਦੀ ਗੱਲ ਦੱਸਣ ਲੱਗਾ ਆਪ ਜੀ ਨੂੰ। ਕਹਿੰਦੇ ਕੀ ਦੱਸਣ ਲੱਗੇ ਹੋ? ਕਹਿੰਦੇ ਕੋਟ ਦਿਨਸ ਲਾਖ ਸਦਾ ਥਰਥੀਆ। ਕਹਿੰਦੇ ਕਰੋੜਾਂ ਦਿਨ। ਹੁਣ ਹਿਸਾਬ ਲਾਉਣਾ, ਕਰੋੜਾਂ ਦਿਨ ਦੀ ਗੱਲ ਕੀਤੀ ਹੈ। ਇਸ ਸਹੀ ਦਾ ਜੀਵਨ ਤਾਂ ਕੋਈ 10, 20, 50, 100, 110 ਸਾਲ ਤੱਕ ਹੀ ਹੈ। ਅਗਲੀ ਗੱਲ, ਇੱਕ ਬੋਹੜ ਦਾ ਰੁੱਖ ਹੈ ਜਿਹਦੀ ਹਜ਼ਾਰਾਂ ਹੀ ਸਾਲ ਜ਼ਿੰਦਗੀ ਹੈ। ਇਹਦਾ ਮਤਲਬ ਗੁਰੂ ਸਾਹਿਬਾਨ ਉਹਦੀ ਜ਼ਿੰਦਗੀ ਤੋਂ ਵੀ ਗਾਂਹ ਦੀ ਗੱਲ ਕਰਨ ਰਹੇ। 1000 ਸਾਲ ਇੱਕ ਬੋਹੜ ਦਾ ਰੁੱਖ, ਪਿੱਪਲ ਦਾ ਰੁੱਖ ਜ਼ਿੰਦਗੀ ਜੀ ਲੈਂਦੇ। ਕਹਿੰਦੇ ਨਹੀਂ, ਮੈਂ ਨਹੀਂ ਉਹਦੀ ਗੱਲ ਕੀਤੀ। ਇਹਦਾ ਮਤਲਬ ਕਿਸੇ ਵੀ ਸਰੀਰ ਦੀ ਜੀਵਨ ਦੀ ਗੱਲ ਨਹੀਂ ਕੀਤੀ। ਕੋਟ ਦਿਨ ਕਹਿੰਦੇ ਵੀ ਇਹਨਾਂ ਦੇ ਜੀਵਨ ਤੋਂ ਅੱਗੇ ਦੀ ਗੱਲ ਕਰ। ਇਹਦਾ ਮਤਲਬ ਵੀ ਸੰਸਾਰੀ ਸਰੀਰਾਂ ਦਾ ਜੀਵਨ ਖਤਮ ਹੀ ਹੋ ਗਿਆ। ਕੋਟ ਦਿਨ ਲੱਖ ਨਹੀਂ, ਲੱਖ ਕਹਿੰਦੇ ਚਿਪਕ ਜਾਣਾ, ਕਿਸੇ ਦੇ ਨਾਲ ਜੁੜ ਜਾਣਾ। ਜਦੋਂ ਆਪਾਂ ਕਿਤੇ ਸੀਲ ਕਰਦੇ ਹੁੰਦੇ ਸੀ ਕੋਈ ਚੀਜ਼ ਤਾਂ ਆਖਣਾ ਲੱਖ ਲਾਤੀ ਹੈ। ਇੱਥੇ ਵੀ ਗੁਰੂ ਜੀ ਕਹਿਣ ਲੱਗੇ ਲਾਖ ਸਦਾ ਥਰਥੀਆ। ਕਹਿੰਦੇ ਕਰੋੜਾਂ ਦਿਨ। ਇਹਦਾ ਮਤਲਬ ਸੰਸਾਰੀ ਜੀਵਨਾਂ ਤੋਂ ਅਗਲੀ ਗੱਲ। ਤੇ ਕਹਿੰਦਾ ਫਿਰ ਉਹ ਪਰਮਾਤਮਾ ਨਾਲ ਹਮੇਸ਼ਾ ਲਈ ਅਡੋਲ 'ਚ ਧੋ ਕੇ ਚਿਪਕ ਜਾਂਦਾ ਹੈ, ਜਿਹੜਾ ਇੱਕ ਅੱਖ ਦੇ ਫੁਰਨੇ ਜਿੰਨਾ ਵੀ ਜੀਵਨ ਪ੍ਰਭੂ ਦੇ ਨਾਮ 'ਚ ਗੁਜ਼ਾਰ ਲੈਂਦਾ ਹੈ। ਹੁਣ ਧਿਆਨ ਦਿਓ, ਸਿਮਰਨ ਕਰਦਿਆਂ ਕਰਦਿਆਂ ਉਮਰਾਂ ਬਤੀਤ ਹੋ ਗਈਆਂ। ਸਿਮਰਨ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਅੱਲਾ ਅੱਲਾ ਕਹਿੰਦੇ ਆ, ਰਾਮ ਰਾਮ ਕਹਿੰਦੇ ਆ, ਉਮਰਾਂ ਬਤੀਤ ਹੋ ਗਈਆਂ ਜੀ ਸਦਕੇ। ਕੋਈ ਕਹੇਗਾ 50 ਸਾਲ ਗੁਜ਼ਾਰਤੇ, 60 ਸਾਲ ਗੁਜ਼ਾਰਤੇ, 70 ਸਾਲ ਗੁਜ਼ਾਰਤੇ, 80 ਸਾਲ ਗੁਜ਼ਾਰਤੇ, ਗੁਜ਼ਾਰ ਦਿੱਤੇ, ਪਰ ਜਿਹੜਾ ਜੀਵਨ ਹੈ ਉਹ ਉਸ ਸਿਮਰਨ ਵਿੱਚ ਨਹੀਂ ਗੁਜ਼ਾਰਿਆ। ਕਿਉਂਕਿ ਉਹਨਾਂ ਲਿਖਿਆ ਏਕ ਨਿਮਖ ਜੋ ਸਿਮਰਨ ਮੈਂ ਜੀਆ। ਠੀਕ ਆ ਬਈ,
ਵਿਚਾਰ ਕਰਨੀ ਇੱਥੇ। ਕਿਸੇ ਵੇਲੇ ਬੇਟੀ ਦੀ ਗਲਤੀ ਕੱਢਦਾ ਹੈ ਕੋਈ, ਤੇ ਉਹਦਾ ਪਿਓ ਕਿਤੇ ਕਹਿੰਦਾ ਪੁੱਤਰਾ 20 ਸਾਲ ਮੈਂ ਹੀ ਪਾਲੀ ਹੈ। ਤੇ ਉਸ ਕੁੜੀ ਦਾ ਘਰ ਵਾਲਾ ਕਹਿੰਦਾ ਤੁਸੀਂ ਪਾਲੀ ਹੈ, ਤੁਸੀਂ ਰੋਟੀ ਪਾਣੀ ਖਵਾਈ ਹੈ, ਕੱਪੜਾ ਲਿਆ ਕੇ ਦਿੱਤਾ, ਪਰ ਪਾਪਾ ਜੀ ਤੁਸੀਂ ਇਹਦੇ ਨਾਲ ਇੱਕ ਪਲ ਜੀਵਨ ਨਹੀਂ ਗੁਜ਼ਾਰ ਕੇ ਦੇਖਿਆ, ਦਾ ਸੁਭਾਅ ਕਿੱਦਾਂ ਦਾ। ਉਹ ਕਹਿੰਦਾ ਯਾਰ ਮੈਨੂੰ ਸਮਝਾ ਰਿਹਾ, ਮੇਰੀ ਧੀ ਮੈਂ ਜੰਮੀ ਪਾਲੀ ਹੈ। ਕਹਿੰਦਾ ਜੰਮੀ ਹੈ ਪਾਲੀ ਹੈ, ਪਰ ਤੁਸੀਂ ਇਹਦੇ ਨਾਲ ਜੀਵਨ ਨਹੀਂ ਗੁਜ਼ਾਰਿਆ, ਇਹਦੇ ਨਾਲ ਜੀਵਨ ਮੈਂ ਗੁਜ਼ਾਰ ਕੇ ਵੇਖਿਆ। ਇੱਥੇ ਫਿਰ ਗੁਰੂ ਜੀ ਕਹਿੰਦੇ ਨੇ ਵੀ ਵਾਹਿਗੁਰੂ ਵਾਹਿਗੁਰੂ ਆਪਾਂ ਬੜਾ ਕੀਤਾ, ਪਰ ਆਪਾਂ ਇੱਕ ਸਵਾਸ ਇੱਕ ਪਲ ਵੀ ਉਸ ਵਾਹਿਗੁਰੂ ਸ਼ਬਦ ਵਿੱਚ ਜੀਵਨ ਨਹੀਂ ਗੁਜ਼ਾਰਿਆ। ਉਸ ਤੋਂ ਜੁੜ ਜਾਵਾਂਗੇ। ਕਹਿੰਦਾ ਫਿਰ ਕੀ ਕਰੋਗੇ? ਕਹਿੰਦੇ ਕੀ ਹੋਇਆ? ਕਹਿੰਦੇ ਫਿਰ ਬਿਨ ਸਿਮਰਨ ਤ੍ਰਿਗ ਕਰਮ ਕਰਾਸ। ਬਿਨ ਸਿਮਰਨ, ਆਪਾਂ ਤਾਂ ਕਹਿੰਦੇ ਹਾਂ ਨਾ ਨਾਮ ਦੀ ਕੀ ਲੋੜ ਪਈ ਹੈ, ਸਿਮਰਨ ਦੀ ਕੀ ਲੋੜ ਪਈ ਹੈ। ਗੁਰੂ ਘਰ ਗਏ, ਕਰਮਕਾਂਡ ਕਰ ਲਏ, ਕੰਮ ਨਿਬੜੇ। ਕਰਮਕਾਂਡ ਛੱਡਣੇ ਨਹੀਂ ਹੈ, ਗੁਰੂ ਜੀ ਨੇ ਬਣਾਏ ਆ, ਠੀਕ ਹੈ ਬਈ। ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਪਾਠ ਕਰਨਾ ਛੱਡ ਦਿਓ, ਤੁਸੀਂ ਸੇਵਾ ਕਰਨੀ ਛੱਡ ਦਿਓ, ਇਹ ਨਹੀਂ ਕਿਤੇ ਵੀ ਕਿਹਾ। ਗੁਰੂ ਜੀ ਕਹਿੰਦੇ ਗੁਰਬਾਣੀ ਪੜ੍ਹੋ, ਪਾਠ ਕਰੋ, ਗੁਰੂ ਘਰ ਜਾ ਕੇ ਜੋੜੇ ਝਾੜੋ, ਲੰਗਰ ਦੀ ਸੇਵਾ ਕਰੋ, ਲੰਗਰ ਵਰਤਾਓ, ਲੰਗਰ ਬਣਾਓ, ਠੀਕ ਹੈ ਬਈ। ਸਰੋਵਰ ਬਣਿਆ, ਉਹ 'ਚ ਜਾ ਕੇ ਇਸ਼ਨਾਨ ਕਰੋ। ਇਹ ਗੁਰੂ ਸਾਹਿਬ ਨੂੰ ਸਭ ਕੁਝ ਪਤਾ ਸੀ ਵੀ ਮੈਂ ਅੱਜ ਇਹ ਕੰਮ ਚਲਾਉਣ ਲੱਗਾ, ਵੀ ਸੇਵਾ ਕਰਨੀ ਹੈ, ਸਰੋਵਰ 'ਚ ਇਸ਼ਨਾਨ ਕਰਨਾ ਆ, ਠੀਕ ਹੈ, ਗੁਰੂ ਘਰ ਜਾ ਕੇ ਪੋਚਾ ਮਾਰਨਾ ਆ, ਜੋੜੇ ਝਾੜਨੇ ਆ, ਪਤਾ ਸੀ ਉਹਨਾਂ ਨੂੰ। ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਸੀ, ਠੀਕ ਆ। ਉਹਨਾਂ ਨੇ ਲਿਖਿਆ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਇਆ। ਕਹਿਣ ਲੱਗੇ ਸਤਿਗੁਰ ਦੀ ਕੀਤੀ ਸੇਵਾ ਸਫਲ ਹੈ ਜੇ ਕੋਈ ਚਿੱਤ ਲਾ ਕੇ ਕਰੇ। ਹੁਣ ਚਿੱਤ ਲਾ ਕੇ ਦਾ ਮਤਲਬ ਕੀ ਹੈ? ਉਹਨਾਂ ਨੇ ਵੇਖਿਆ ਵੀ ਚਲੋ ਚੰਗੀ ਗੱਲ ਹੈ, ਇਹਦੀ ਮਨ ਬਿਰਤੀ ਜਿਹੜੀ ਹੈ ਨਾ, ਜਦੋਂ ਗੁਰੂ ਘਰ ਆ ਕੇ ਸੇਵਾ ਕਰਨ ਲੱਗ ਪਊਗੀ, ਅਜੇ ਇਹ ਕਰਮਕਾਂਡੀ ਆ, ਪਹਿਲਾਂ ਇਹ ਕਰਮ ਕਰਨੇ ਸਿੱਖੂਗਾ, ਸਰੀਰ ਦੇ ਨਾਲ ਜੁੜਨਾ ਸਿੱਖੂਗਾ, ਉੱਥੇ ਇਹਨੂੰ ਬਹਿਣਾ ਮਿਲੂਗਾ, ਇਹਨੂੰ ਆਦਤ ਪਊਗੀ। ਜੋੜੇ ਝਾੜਨੇ ਜਾ ਕੇ ਮੈਂ ਸੇਵਾ ਲਈ ਹੈ, ਮੈਂ ਜੂਠੇ ਭਾਂਡੇ ਮਾਂਜਣ ਦੀ ਸੇਵਾ ਲਈ ਹੈ, ਮੈਂ ਲੰਗਰ ਬਣਾਉਣ ਦੀ ਸੇਵਾ ਲਈ ਹੈ, ਮੈਂ ਲੰਗਰ ਵਰਤਾਉਣ ਦੀ ਸੇਵਾ ਲਈ ਹੈ, ਚੰਗੀ ਗੱਲ। ਕਹਿੰਦੇ ਉਹ ਸੇਵਾ ਕਰਦਿਆਂ 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 ਜਦੋਂ ਇਹ ਗੁਰੂ ਦੇ ਸ਼ਬਦ ਨਾਲ ਜੁੜੇਗਾ, ਉੱਥੇ ਬੈਠਿਆਂ ਬੈਠਿਆਂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਆ ਜਾਏਗੀ। ਕਹਿੰਦੇ ਪਹਿਲਾਂ ਤਨ ਕਰਕੇ ਜੁੜੇਗਾ, ਫਿਰ ਮਨ ਕਰਕੇ ਜੁੜ ਜਾਏਗਾ। ਹੋਇਆ ਕੀ? ਅਸੀਂ ਤਨ ਕਰਕੇ ਤੇ ਗੁਰੂ ਘਰ ਜਾਂਦੇ ਰਹੇ, ਮਨ ਕਰਕੇ ਅਸੀਂ ਗੁਰੂ ਦੀ ਗੱਲ ਸੁਣੀ ਕੋਈ ਨਹੀਂ। ਉਹਨਾਂ ਤਾਂ ਕਿਹਾ ਕਿ ਤੂੰ ਗੁਰੂ ਘਰ ਜਾ, ਸੇਵਾ ਕਰ। ਸੇਵਾ ਕਰਦਿਆਂ ਕਰਦਿਆਂ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਜਿੱਦਾਂ ਤੈਨੂੰ ਸਮਝ ਲੱਗ ਜਾਵੇ ਵੀ ਪਾਠ ਕਰ ਲਿਆ, ਗੁਰਬਾਣੀ ਪੜ੍ਹ ਲਈ, ਪਰ ਇੱਕ ਕੰਮ ਅਜੇ ਬਾਕੀ ਹੈ, ਉਹ ਆ ਨਾਮ ਸਿਮਰਨ, ਉਹ ਆ ਸੁੱਤ ਦਾ ਸ਼ਬਦ ਨਾਲ ਜੁੜਨਾ, ਸ਼ਬਦ 'ਤੇ ਸਵਾਰ ਹੋਣਾ। ਅਤੇ ਸਫ਼ਰ ਜਿਹੜਾ ਸਰੀਰ ਦਾ ਸਫ਼ਰ ਕੀਤਾ, ਗੁਰੂ ਘਰ ਪਹੁੰਚਿਆ, ਉੱਥੋਂ ਸੁਰਤ ਦਾ ਸਫ਼ਰ ਹੋਇਆ ਤੇ ਦਸਵੇਂ ਦੁਆਰ ਵਿੱਚ ਪਹੁੰਚਿਆ। ਅਸੀਂ ਸਰੀਰ ਦਾ ਸਫ਼ਰ ਕੀਤਾ ਤੇ ਗੁਰੂ ਨੂੰ ਜਾ ਕੇ ਸੁਣਾਤਾ ਕਿ ਮੇਰਾ ਕੰਮ ਤੇ ਬਣਿਆ ਹੀ ਕੋਈ ਨਹੀਂ, ਸਾਨੂੰ ਤਾਂ ਕੋਈ ਲੱਭਾ ਹੀ ਨਹੀਂ, ਗਿਆਨ ਤੇ ਹੋਇਆ ਹੀ ਨਹੀਂ। ਗੁਰੂ ਪਿਆਰਿਓ, ਗਿਆਨ ਹੋਵੇਗਾ ਕਦੋਂ? ਜਦੋਂ ਸੁਰਤ ਮਾਰਗ 'ਤੇ ਚੱਲੇਗੀ। ਸੁਰਤ ਨੇ ਮਾਰਗ 'ਤੇ ਚੱਲਣਾ ਹੈ, ਸੁਰਤ ਨੇ ਕਿਤੇ ਪਹੁੰਚਣਾ ਹੈ। ਸੁਰਤ ਦਾ ਹੀ ਪਰਮਾਤਮਾ 'ਚ ਮਿਲਾਪ ਆ, ਸਰੀਰ ਦਾ ਮਿੱਟੀ 'ਚ ਹੀ ਮਿਲਾਪ ਆ, ਮਾਟੀ ਮਾਟੀ ਹੋਈ ਇੱਕ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਬਿਨ ਸਿਮਰਨ ਤ੍ਰਿਗ ਲਾਹਨਤ ਹੈ, ਫਿਟਕਾਰਾ ਆ, ਕਰਮ ਕਰਾਸ। ਹੁਣ ਦੱਸੋ, ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਤੂੰ ਕਿਰਤ ਛੱਡ ਦੇ, ਕਰਨੀ ਕਿਰਤ ਕਰਨੀ ਹੈ। ਗੁਰੂ ਜੀ ਨੇ ਇਹ ਨਹੀਂ ਕਿਹਾ ਤੂੰ ਸੇਵਾ ਨਹੀਂ ਕਰਨੀ, ਕਰਨੀ ਹੈ। ਪਰ ਗੁਰੂ ਜੀ ਇਹ ਗੱਲ ਕਹਿੰਦੇ ਨੇ ਕਿ ਜੇ ਸੇਵਾ ਕਰਦਿਆਂ ਕਰਦਿਆਂ ਤੈਨੂੰ ਗੁਰੂ ਦੇ ਬੋਲ ਦੀ ਸਮਝ ਲੱਗੀ ਨਹੀਂ, ਕਿਰਤ ਕਰਦਿਆਂ ਕਰਦਿਆਂ ਤੇਰੀ ਮਨ ਬਿਰਤੀ ਗੁਰੂ ਨਾਲ ਜੁੜੀ ਨਹੀਂ, ਤੇ ਕਹਿੰਦੇ ਫਿਰ ਧਿਆਨ ਦੇ, ਬਿਨ ਸਿਮਰਨ, ਬਿਨਾਂ ਨਾਮ ਤੋਂ, ਬਿਨਾਂ ਉਸ ਪਰਮਾਤਮਾ ਦੀ ਯਾਦ 'ਚੋਂ ਤੂੰ ਜਿੰਨੇ ਵੀ ਕੰਮ ਕਰਦਾ, ਫਿਟਕਾਰਾ ਹੀ ਇਹਨਾਂ ਨੂੰ ਕਰਨੇ ਆ।
ਇਹ ਨਹੀਂ ਕਿ ਕਰਨੇ ਨਹੀਂ ਹੈ, ਪਰ ਕਰਦਿਆਂ ਅਗਲੀ ਅਵਸਥਾ 'ਚ ਪਹੁੰਚਣਾ ਆ। ਠੀਕ ਆ ਬਈ, ਅੱਗੇ ਸ਼ਬਦ ਨਾਲ ਜੁੜਨਾ ਆ। ਤੇ ਜੇ ਤੈਨੂੰ ਗੁਰਬਾਣੀ ਦੀ ਸਮਝ ਲੱਗੀ ਨਹੀਂ, ਸ਼ਬਦ ਨਾਲ ਜੁੜਿਆ ਹੀ ਨਹੀਂ ਤੂੰ, ਠੀਕ ਹੈ। ਹੁਣ ਧਿਆਨ ਦੇਣਾ ਆਪ ਜੀ। ਭਗਤ ਨਾਮਦੇਵ ਜੀ ਹੋਏ, ਠੀਕ ਹੈ। ਭਗਤ ਨਾਮਦੇਵ ਜੀ ਨੇ ਪਤਾ ਕੀ ਕਿਹਾ? ਨਾਮ ਦੀ ਗੱਲ ਕੀਤੀ ਉਹਨਾਂ ਨੇ। ਕਹਿੰਦੇ ਜੋ ਨਾ ਭਜਨਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨ। ਦੱਸੋ, ਉਹਨਾਂ ਨੇ ਇਹ ਨਹੀਂ ਕਿਹਾ ਵੀ ਜਿਹੜੇ ਗੁਰੂ ਘਰ ਨਹੀਂ ਆਉਂਦੇ ਉਹਨਾਂ ਦਾ ਦਰਸ਼ਨ ਨਹੀਂ ਕਰਨਾ ਮੈਂ। ਕਹਿੰਦੇ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਵੇਂ ਗੁਰਦੁਆਰੇ, ਮੰਦਿਰ, ਮਸਜਿਦ, ਚਰਚ ਵਿੱਚ ਆਉਂਦੇ ਨੇ, ਪਰ ਇੱਥੇ ਆ ਕੇ ਵੀ ਆਪਣੇ ਇਸ਼ਟ ਦੀ, ਆਪਣੇ ਗੁਰੂ ਦੀ ਗੱਲ ਨਹੀਂ ਮੰਨਦੇ, ਤੇ ਉਸ ਮਾਰਗ ਤੇ ਨਹੀਂ ਚੱਲਦੇ ਜਿਸ ਮਾਰਗ ਤੇ ਗੁਰੂ ਚਲਾਉਣਾ ਚਾਹੁੰਦਾ। ਕਹਿੰਦਾ ਇਹੋ ਜਿਹੇ ਬੰਦਿਆਂ ਦੇ ਮੈਨੂੰ ਦਰਸ਼ਨ ਨਹੀਂ ਚਾਹੀਦੇ। ਕਹਿੰਦਾ ਕਿਉਂ? ਕਹਿੰਦਾ ਜੇ ਭਜਨ ਬੰਦਗੀ ਨਹੀਂ ਕਰਦੇ, ਜਿਹਦੇ ਨਾਲ ਸਾਡੇ ਮਨ ਨੇ ਧੋਖਣਾ ਆ, ਜੇ ਇਹ ਉਹ ਕੰਮ ਨਹੀਂ ਕਰਦੇ, ਕਹਿੰਦੇ ਇਹੋ ਜਿਹੇ ਬੰਦਿਆਂ ਦੇ ਮੈਨੂੰ ਦਰਸ਼ਨ ਨਾ ਪਰਮਾਤਮਾ ਕਰਾਈ, ਮੈਂ ਵੇਖਣਾ ਨਹੀਂ ਚਾਹੁੰਦਾ। ਹੁਣ ਦੇਖਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ। ਜਦੋਂ ਆਪਾਂ ਪੰਕਤੀ ਪੜ੍ਹਦੇ ਹਾਂ, ਜੋ ਨਾ ਭਜਨਤੇ ਨਾਰਾਇਣ, ਕਿਸੇ ਦੀ ਗੱਲ ਨਾ ਕਰਿਆ ਕਰੋ, ਆਪਣੇ ਅੰਦਰ ਝਾਤੀ ਮਾਰਿਆ ਕਰੋ। ਆਪਣੇ ਅੰਦਰ ਉਸ ਵੇਲੇ ਆਪਣੇ ਮਨ ਵਿੱਚੋਂ ਆਵਾਜ਼ ਆਉਂਦੀ ਹੈ ਵੀ ਭਗਤ ਨਾਮਦੇਵ ਜੀ ਕਹਿੰਦੇ ਮੈਂ ਦਰਸ਼ਨ ਨਹੀਂ ਕਰਨੇ ਉਹਨਾਂ ਦੇ। ਕਹਿੰਦਾ ਕਿਹਨਾਂ ਦੇ? ਕਿਹਨਾਂ ਦੇ? ਕਹਿੰਦਾ ਜਿਹੜੇ ਭਜਨ ਬੰਦਗੀ ਨਹੀਂ ਕਰਦੇ। ਉਸ ਵੇਲੇ ਆਪਣੇ ਮਨ 'ਚ ਗੱਲ ਲਿਆਉਣੀ ਹੈ ਕਿ ਅਸੀਂ ਇਸ ਪੰਕਤੀ ਵਿੱਚ ਸ਼ਾਮਲ ਹੈਗੇ ਹਾਂ ਕਿ ਨਹੀਂ। ਤੁਹਾਨੂੰ ਅੰਦਰੋਂ ਆਵਾਜ਼ ਆਊਗੀ ਵੀ ਅਸੀਂ ਵੀ ਇਹਨਾਂ 'ਚੋਂ ਹੀ ਹਾਂ, ਵੀ ਅਸੀਂ ਗੁਰੂ ਘਰ ਆਉਂਦੇ ਹਾਂ, ਪਾਠ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਭਜਨ ਬੰਦਗੀ ਨਹੀਂ ਕਰਦੇ, ਸੁਰਤ ਸ਼ਬਦ ਦਾ ਮਿਲਾਪ ਨਹੀਂ ਕਰਦੇ। ਤੇ ਭਗਤ ਨਾਮਦੇਵ ਜੀ ਸਾਨੂੰ ਵੀ ਕਹਿੰਦੇ ਆ ਵੀ ਤੁਹਾਡੇ ਮੈਂ ਦਰਸ਼ਨ ਨਹੀਂ ਕਰਨਾ ਚਾਹੁੰਦਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦੇ, ਜੇ ਤੁਸੀਂ ਗੁਰੂ ਦੇ ਮਾਰਗ 'ਤੇ ਨਹੀਂ ਚੱਲਦੇ, ਤੇ ਮੈਂ ਤੁਹਾਡੇ ਦੱਖਣਾ ਨਹੀਂ ਚਾਹੁੰਦਾ। ਇਹਦਾ ਮਤਲਬ ਭਗਤ ਨਾਮਦੇਵ ਜੀ ਬਹੁਤ ਵੱਡੀ ਗੱਲ ਕਹਿੰਦੇ ਆ ਵੀ ਜੇ ਤੂੰ 10, 20, 50 ਸਾਲ ਗੁਰੂ ਘਰ ਆਉਂਦਿਆਂ ਗੁਜ਼ਾਰੇ ਆ, ਅਜੇ ਤੱਕ ਵੀ ਤੇਰਾ ਗੁਰੂ ਨਾਲ ਕੋਈ ਨਾਤਾ ਨਹੀਂ ਹੈ, ਤੂੰ ਗੁਰੂ ਦੇ ਮਾਰਗ 'ਤੇ ਨਹੀਂ ਚੱਲਿਆ, ਤੇ ਤੂੰ ਕੀ ਸਮਝਦਾ ਬਈ ਤੈਨੂੰ ਗੁਰੂ ਜੀ ਬਹੁਤ ਚੰਗਾ ਕਹਿਣਗੇ? ਕਹਿੰਦੇ ਨਹੀਂ, ਉਹ ਤੇ ਦਰਸ਼ਨ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਤੂੰ ਨਾਮ ਸਿਮਰਨ ਨਹੀਂ ਕਰਦਾ, ਤੂੰ ਭਜਨ ਬੰਦਗੀ ਨਹੀਂ ਕਰਦਾ। ਅਸੀਂ ਵਿਚਾਰੇ ਹੀ ਨਹੀਂ, ਅਸੀਂ ਗੁਰੂ ਘਰ ਗਏ, ਸੇਵਾ ਕੀਤੀ ਹੈ, ਕਥਾ ਕੀਰਤਨ ਸੁਣਿਆ, ਧਿਆਨ ਦੇਣਾ, ਗੁਰਬਾਣੀ ਪੜ੍ਹਨੀ, ਕਥਾ ਸੁਣਨੀ, ਕੀਰਤਨ ਸੁਣਨਾ, ਸੇਵਾ ਕਰਨੀ, ਇਹ ਸਭ ਕੁਝ ਕੀ ਹੈ? ਇਹ ਉਦਮ ਹੈ ਜਿਹਦੇ ਨਾਲ ਅਸੀਂ ਸ਼ਬਦ ਨਾਲ ਜੁੜਨਾ ਹੈ। ਤੇ ਉਦਮ ਕੀਤਾ, ਸ਼ਬਦ ਨਾਲ ਜੁੜਿਆ ਹੀ ਨਹੀਂ, ਤੇ ਕਾਹਦਾ ਉਦਮ ਕੀਤਾ? ਜੇ ਅਸੀਂ ਨਾਮ ਨਾਲ ਜੁੜੇ ਹੀ ਨਹੀਂ, ਸ਼ਬਦ ਨਾਲ ਜੁੜੇ ਹੀ ਨਹੀਂ, ਸੁੱਤ ਸ਼ਬਦ ਦਾ ਮਿਲਾਪ ਕੀਤਾ ਹੀ ਨਹੀਂ, ਸਾਡੇ ਅੰਦਰ ਜਾਗਰੂਕਤੀ ਆਈ ਹੀ ਨਹੀਂ, ਕੀ ਕੀਤਾ ਸੀ? ਤਾਂ ਉਹਨਾਂ ਨੇ ਕਿਹਾ, ਕਹਿੰਦੇ ਜੋ ਨਾ ਭਜਨਤੇ ਨਾਰਾਇਣ ਤਿਨਕਾ ਮੈਂ ਨਾ ਕਰੂੰ ਦਰਸ਼ਨ। ਭਜਨ ਬੰਦਗੀ ਦੀ ਗੱਲ ਕੀਤੀ ਹੈ, ਇਹ ਨਹੀਂ ਕੱਢੇ ਉਹਨਾਂ ਨੇ ਵੀ ਜਿਹੜੇ ਗੁਰੂ ਘਰ ਨਹੀਂ ਆਉਂਦੇ। ਨਹੀਂ, ਕਹਿੰਦੇ ਆਉਂਦੇ ਆ, ਪਰ ਜੇ ਅਜੇ ਵੀ ਭਜਨ ਬੰਦਗੀ ਨਹੀਂ ਕਰਦੇ, ਗੁਰੂ ਦੇ ਮਾਰਗ 'ਤੇ ਨਹੀਂ ਚੱਲਦੇ, ਤੇ ਮੈਂ ਇਹਨਾਂ ਨੂੰ ਵੇਖਣਾ ਨਹੀਂ ਹੈ। ਦੱਸੋ। ਤਾਂ ਉਹਨਾਂ ਨੇ ਲਿਖਿਆ, ਕਹਿੰਦੇ ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਬਿਸਤਾ ਮੈਂ ਬਾਸ। ਆਪ ਜੀ ਨੇ ਅਸੀਂ ਪਹਿਲਾਂ ਕਿਹਾ ਨਾ, ਇਹਦੇ ਸਭ ਜੀਵ ਜੰਤੂਆਂ, ਪੰਛੀਆਂ ਦਾ ਨਾਂ ਹੋਣਾ। ਕਾਗ ਬਤਨ ਬਿਸਤਾ ਮੈਂ ਬਾਸ। ਕਾਗ ਕਹਿੰਦੇ ਕਾਂ ਨੂੰ, ਬਤਨ ਕਹਿੰਦੇ ਨੇ ਮੂੰਹ ਨੂੰ। ਬਤਨ ਕੀ ਹੈ? ਕੋਈ ਬੋਲਣਾ, ਤੇ ਹਰ ਜੀਵ ਜੰਤੂ ਕੀ, ਮਨੁੱਖ ਕੀ ਮੂੰਹ ਨਾਲ ਹੀ ਬੋਲਦਾ ਨਾ। ਕਾਗ ਬਤਨ ਬਿਸਤਾ ਮੈਂ ਬਾਸ, ਕਹਿੰਦੇ ਜਿਹੜਾ ਕਾਂ ਆ ਨਾ, ਉਹ ਜਿਹੜਾ ਮੂੰਹ ਆ ਨਾ, ਗੰਦਗੀ 'ਚ ਰਹਿੰਦਾ। ਤੇ ਕਹਿੰਦੇ ਫਿਰ ਧਿਆਨ ਦਿਓ, ਜਿਹੜੇ ਨਾਮ ਸਿਮਰਨ ਨਹੀਂ ਨਾ ਕਰਦੇ, ਉਹਨਾਂ ਦਾ ਮੂੰਹ ਜਿਹੜਾ ਹੈ, ਉਹਨਾਂ ਦੀ ਆਤਮਾ, ਉਹਨਾਂ ਦਾ ਮਨ ਜਿਹੜਾ ਹੈ, ਗੰਦਗੀ 'ਚ ਰਹਿੰਦਾ। ਦੱਸੋ, ਬੜੀ ਧਿਆਨ ਦੇਣ ਵਾਲੀ ਗੱਲ ਹੈ, ਬਹੁਤ ਜ਼ਿਆਦਾ। ਕਹਿੰਦੇ ਜਿਵੇਂ ਕਾਂ ਦਾ ਮੂੰਹ ਹਮੇਸ਼ਾ ਗੰਦਗੀ 'ਚ ਰਹਿੰਦਾ, ਕਹਿੰਦਾ ਨਾਮ ਸਿਮਰਨ ਤੋਂ ਬਗੈਰ ਸਾਡਾ ਵੀ ਧਿਆਨ ਗੰਦਗੀ 'ਚ ਰਹਿੰਦਾ। ਐਵੇਂ ਕਿਸੇ ਦੀ ਨਿੰਦਿਆ ਕਰੀ ਜਾਣੀ, ਐਵੇਂ ਕਿਸੇ ਨੂੰ ਮਾੜਾ ਕਹੀ ਜਾਣਾ, ਠੀਕ ਹੈ।
ਕਿਹੜੀ ਗੱਲੋਂ? ਕਿਉਂਕਿ ਸਿਮਰਨ ਤਾਂ ਹੈ ਹੀ ਨਹੀਂ ਅੰਦਰ। ਕੋਈ ਬੰਦਾ ਕਹਿ ਰਿਹਾ ਮੈਂ ਭਗਤੀ ਬੜੀ ਕਰਦਾ, ਮੈਂ 2 ਘੰਟੇ 3 ਘੰਟੇ ਬਹਿੰਦਾ, ਉਹ ਭਾਈ ਸਰੀਰ ਹੀ ਬੈਠਾ ਜੇ ਮਨ ਬੈਠਾ ਹੋਵੇ ਤੇ ਤੈਨੂੰ ਕੋਈ ਮਾੜਾ ਲੱਗੇ ਹੀ ਨਾ। ਅਜੇ ਤੈਨੂੰ ਲੱਗਦਾ ਨਾ ਫਲਾਣਾ ਸੋ ਵਿਤਕਰਾ ਕਰਦਾ, ਫਲਾਣਾ ਸੋ ਮਾੜਾ ਕੰਮ ਕਰਦਾ, ਇਹਦਾ ਮਤਲਬ ਤੇਰੇ ਅੰਦਰ ਦੀ ਬਿਰਤੀ ਟਿਕੀ ਨਹੀਂ ਅਜੇ, ਸਿਰਫ ਗੱਲਾਂ ਹੀ ਆ, ਗੱਲੀ ਜੋਗ ਨਾ ਹੋਏ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਬਿਨ ਸਿਮਰਨ ਭਏ ਕੁੱਕਰ ਕਾਮ। ਦੱਸੋ, ਕਹਿੰਦੇ ਬਿਨਾਂ ਨਾਮ ਤੋਂ, ਬਿਨਾਂ ਉਸ ਪਰਮਾਤਮਾ ਦੀ ਯਾਦ ਤੋਂ ਜਿੰਨੇ ਵੀ ਤੂੰ ਕੰਮ ਕਰਦਾ ਹੈ ਉਹ ਕੁੱਤੇ ਵਰਗੇ ਹੀ ਹੈ, ਕੁੱਤੇ ਵਰਗੇ ਹੀ ਹੈ। ਕਿਉਂਕਿ ਆਪਾਂ ਪਹਿਲਾਂ ਪੰਕਤੀ ਸੁਣ ਚੁੱਕੇ ਹਾਂ ਕਿ ਅਸੀਂ ਇੱਕ ਜੰਗਲ 'ਚ ਰਹਿਣ ਰਹੇ ਹਾਂ ਅਤੇ ਚਿੜੀਆ ਘਰ ਅਸੀਂ ਜਾਨਵਰ ਦੇਖਣ ਗਏ, ਅਸੀਂ ਆਪਣੇ ਤੇ ਝਾਤੀ ਮਾਰੀ ਨਹੀਂ ਕਿ ਉਹ ਚਿੜੀਆ ਘਰ ਸਾਡੇ ਅੰਦਰ ਹੈ, ਸਾਰੇ ਜਾਨਵਰ ਸਾਡੇ ਅੰਦਰ ਰਹਿਣ ਦੇ, ਸਾਡਾ ਉਹਨਾਂ ਨਾਲ ਸੰਬੰਧ ਆ। ਸਰੂਪ ਤੋਂ ਅਸੀਂ ਉਹ ਛੱਡ ਆਏ ਹਾਂ, ਸੁਭਾਅ ਤੋਂ ਅੱਜ ਵੀ ਸਾਡੇ ਨਾਲ ਨੇ, ਅੰਦਰ ਬੈਠੇ ਆ। ਕੀ ਕਹਿਣ ਲੱਗੇ ਭਾਈ ਕਰ ਵਿਚਾਰ। ਕਹਿੰਦਾ ਜੀ ਕੀ? ਕਹਿੰਦੇ ਬਿਨ ਸਿਮਰਨ ਭਏ ਕੁੱਕਰ ਕਾਮ। ਕਹਿੰਦੇ ਬਿਨਾਂ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜਿਹੜੇ ਕੰਮ ਅਸੀਂ ਕਰਦੇ ਹਾਂ ਨਾ, ਕੁੱਤੇ ਦਾ ਜ਼ਾਬਤਾ ਵਾ। ਕਹਿੰਦੇ ਕਿਵੇਂ? ਧਿਆਨ ਦੇਣਾ। ਕੁੱਕਰ ਕਾਮ ਦਾ ਮਤਲਬ ਕੀ ਹੈ? ਜਿਹੜਾ ਕੁੱਤਾ ਹੁੰਦਾ ਨਾ, ਲਾਲਚੀ ਹੁੰਦਾ, ਸਾਰਾ ਦਿਨ ਅਵਾਰਾਗਰਦੀ ਕਰਦਾ ਰਹਿੰਦਾ, ਜਿੱਡਾ ਮਰਜ਼ੀ ਔਖਾ ਹੋ ਜਾਏ ਉਹਨੇ ਕੁਝ ਨਾ ਮੂੰਹ ਮਾਰੀ ਜਾਣਾ, ਕੁਝ ਨਾ ਕੁਝ ਖਾਈ ਜਾਣਾ। ਤੇ ਵਿਚਾਰ ਕਰਿਓ, ਬੰਦੇ ਦੀ ਖਾਸ਼ ਆਸ ਤਾਂ ਕੋਈ ਪੂਰੀ ਹੋ ਸਕਦੀ ਹੈ, ਬੰਦੇ ਦੀ ਕੋਈ ਲੋੜ ਤਾਂ ਪੂਰੀ ਹੋ ਸਕਦੀ ਹੈ, ਪਰ ਲਾਲਚ ਕਦੀ ਵੀ ਪੂਰਾ ਨਹੀਂ ਹੁੰਦਾ। ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਪਈ ਤੇ ਪੂਰੀ ਹੋ ਸਕਦੀ ਹੈ, 99% ਲੋੜ ਪੂਰੀ ਹੋ ਜਾਂਦੀ। ਜਾਂ ਮੈਨੂੰ ਫਲਾਣੀ ਚੀਜ਼ ਦੀ ਲੋੜ ਸੀਗੀ, 2 ਸਾਲ ਰੁਕ ਕੇ ਮਿਲੀ ਪਰ ਮੈਨੂੰ ਮਿਲ ਗਈ। ਲੋੜਵਾਨ ਕਹਿੰਦਾ ਕਿ ਮੈਨੂੰ ਲੋੜ ਸੀ, ਮੇਰੀ ਲੋੜ ਪੂਰੀ ਹੋ ਗਈ, ਪਰ ਲਾਲਚੀ ਬੰਦਾ ਕਦੀ ਨਹੀਂ ਕਹਿੰਦਾ ਮੇਰਾ ਲਾਲਚ ਪੂਰਾ ਹੋ ਗਿਆ। ਲੋੜ ਦੀ ਸਮਾਪਤੀ ਆ, ਲੋੜ ਪੂਰਨ ਤਾਈਂ ਜਾ ਸਕਦੀ ਆ, ਪਰ ਕਦੀ ਲਾਲਚ ਕਦੀ ਪੂਰਾ ਨਹੀਂ ਹੋ ਸਕਦਾ। ਕਹਿੰਦੇ ਫਿਰ ਤੇਰਾ ਕੁੱਤੇ ਵਾਲਾ ਹਿਸਾਬ ਹੈ ਵੀ ਜੋ ਕੁਝ ਕਰਦਾ ਨਾ, ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੇ ਕੁੱਤੇ ਵਾਂਗੂ ਹੀ ਹੈ ਤੇਰੇ ਕੰਮ ਸਾਰੇ, ਉੱਪਰ ਤੇਰੇ ਅੰਦਰ ਬੈਠਾ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਸਾਕਤ ਬੈਸੂਆ ਪੂਤਨ ਨਾਮ। ਇਹਦਾ ਵੀ ਧਿਆਨ ਨਹੀਂ। ਸਾਕਤ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦੇ ਮਾਰਗ ਤੇ ਨਹੀਂ ਚੱਲਦਾ, ਕਹਿੰਦਾ ਜਿਵੇਂ ਬੇਸਵਾ, ਜਿਹੜੀ ਬੇਸਵਾ, ਕਹਿੰਦੇ ਉਹਦੇ ਘਰ ਪੁੱਤ ਜੰਮ ਪਿਆ। ਧਿਆਨ ਦੇਣਾ, ਉਹ ਕਈਆਂ ਦੇ ਸੰਪਰਕ 'ਚ ਆਈ ਤੇ ਪੁੱਤਰ ਜੰਮਿਆ, ਉਹਨੂੰ ਖੁਦ ਨੂੰ ਨਹੀਂ ਪਤਾ ਕਿਹਦਾ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਜਿਹੜਾ ਪੁੱਤਰ ਜੰਮਿਆ ਨਾ, ਉਹਦੇ ਪਿਓ ਦਾ ਨਾਂ ਕੀ ਹੈ ਉਹਨੂੰ ਪਤਾ ਹੀ ਨਹੀਂ। ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹੀ। ਕੀ ਕਹਿਣ ਲੱਗੇ? ਕਹਿੰਦੇ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਗੈਰ ਜਿੱਡਾ ਮਰਜ਼ੀ ਕੋਈ ਸੋਹਣਾ ਹੋਵੇ, ਨਕਟੀ ਦਾ ਮਤਲਬ ਕਿ ਬਦ ਸ਼ਕਲ। ਹੁਣ ਕੋਈ ਪ੍ਰਾਣੀ ਬੜਾ ਸੋਹਣਾ ਹੋਵੇ, ਉਹਦੇ ਨੱਕ 'ਤੇ ਸੱਟ ਲੱਗ ਜਾਵੇ, ਨੱਕ ਕੱਟਿਆ ਜਾਵੇ, ਤੇ ਕੀ ਕਹਿੰਦੇ? ਬਦ ਸ਼ਕਲ ਹੋ ਗਿਆ। ਤੇ ਗੁਰੂ ਰਾਮ ਮਹਾਰਾਜ ਜੀ ਕਹਿੰਦੇ ਬਿਨਾਂ ਨਾਮ ਤੋਂ ਜਿਹੜਾ ਮਨ ਇੰਨਾ ਸੋਹਣਾ ਨਾ, ਪਰਮਾਤਮਾ ਦਾ ਰੂਪ ਹੈ, ਕਹੋ ਕਬੀਰੇ ਰਾਮ ਕੀ ਅੰਸ਼। ਕਹਿੰਦੇ ਪਰ ਬਦ ਸ਼ਕਲ ਹੀ ਹੈ, ਜੇ ਨਾਮ ਸਿਮਰਨ ਨਹੀਂ ਕਰਦਾ। ਤੇ ਫਿਰ ਕੀ ਕਹਿਣ ਲੱਗੇ? ਕਹਿੰਦੇ ਜਿਉਂ ਬੈਸੂਆ ਕੇ ਕਰਪੂਤ ਜਮਤ ਹੈ, ਤਿਸ ਕਾ ਨਾਮ ਪਰਿਓ ਹੈ ਤਰਕਟੀ। ਕਹਿੰਦੇ ਜਿਵੇਂ ਬੈਸੂਆ ਦੇ ਘਰ ਪੁੱਤ ਜੰਮਿਆ, ਉਹਦਾ ਨਾਮ ਪੈ ਗਿਆ ਕੀ? ਇਹ ਪਿਓ ਤੋਂ ਬਗੈਰ ਹੀ ਹੈ, ਇਹਦੇ ਪਿਓ ਦਾ ਨਹੀਂ ਪਤਾ। ਹੁਣ ਇੱਥੇ ਗੁਰੂ ਜੀ ਕੀ ਕਹਿਣਾ ਚਾਹੁੰਦੇ ਆ? ਕਹਿੰਦੇ ਜਿਵੇਂ ਉਹ ਬੈਸਵਾ ਦੇ ਘਰ ਪੁੱਤ ਜੰਮਿਆ, ਬੇਸਵਾ ਦੇ ਘਰ, ਉਹਨੂੰ ਆਪਣੇ ਪਿਓ ਦਾ ਨਾਂ ਨਹੀਂ ਪਤਾ। ਕਿਸੇ ਨੇ ਪੁੱਛਿਆ ਵੀ ਤੇਰਾ ਪਿਓ ਕੌਣ ਹੈ? ਕਹਿੰਦਾ ਪਤਾ ਨਹੀਂ। ਮਾਂ ਨੂੰ ਪੁੱਛਿਆ, ਕਹਿੰਦੇ ਮੈਨੂੰ ਵੀ ਪਤਾ ਨਹੀਂ। ਤੇ ਗੁਰੂ ਜੀ ਪਤਾ ਕਹਿਣਾ ਚਾਹੁੰਦੇ? ਕਹਿੰਦੇ ਇਹ ਤਾਂ ਸਰੀਰ ਤੋਂ ਇਹਨੂੰ ਪਿਓ ਦਾ ਨਹੀਂ ਪਤਾ। ਕਹਿੰਦੇ ਜਿਹੜਾ ਬੰਦਾ ਸਿਮਰਨ ਨਹੀਂ ਕਰਦਾ ਨਾ, ਕਹਿੰਦੇ ਧਿਆਨ ਦਿਓ, ਉਸ ਮਨ ਨੂੰ ਜਿਹੜਾ ਜਗਤ ਪਿਤਾ ਆ
ਉਹਨੂੰ ਉਸ ਪਿਓ ਦਾ ਨਾਮ ਨਹੀਂ ਪਤਾ, ਆਪਣੇ ਪਰਮਾਤਮਾ ਦੇ ਨਾਮ ਦਾ ਨਹੀਂ ਪਤਾ ਉਹਨੂੰ, ਆਪਣੇ ਉਸ ਖਸਮ ਦਾ ਨਹੀਂ ਪਤਾ, ਉਸ ਪਰਮਾਤਮਾ ਦਾ ਨਹੀਂ ਪਤਾ ਜਿਹੜਾ ਨਾਮ ਸਿਮਰਨ ਨਹੀਂ ਕਰਦਾ। ਤਾਂ ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਉਸ ਬੱਚੇ ਨੂੰ ਨਹੀਂ ਪਤਾ ਮੇਰਾ ਪਿਓ ਕੌਣ ਹੈ, ਜਿਹੜਾ ਨਾਮ ਸਿਮਰਨ ਨਹੀਂ ਕਰਦਾ ਉਹਨੂੰ ਇਹ ਨਹੀਂ ਪਤਾ ਮੇਰਾ ਮਾਲਕ ਕੌਣ ਹੈ, ਅਸਲੀ ਮੈਨੂੰ ਜਨਮਦਾਤਾ ਮੇਰਾ ਕੌਣ ਹੈ, ਉਹ ਪਰਮਾਤਮਾ ਹੈ। ਸਭ ਦਾ ਖਸਮ, ਸਭ ਦਾ ਪਿਓ, ਸਭ ਦਾ ਮਾਲਕ ਪਰਮਾਤਮਾ ਹੀ ਹੈ। ਕਹਿੰਦੇ ਉਹਨੂੰ ਨਹੀਂ ਪਤਾ, ਕਿਹਨੂੰ? ਜਿਹੜਾ ਨਾਮ ਸਿਮਰਨ ਨਹੀਂ ਕਰਦਾ। ਫਿਰ ਕੀ ਕਹਿਣ ਲੱਗੇ? ਕਹਿੰਦੇ ਬਿਨ ਸਿਮਰਨ ਜੈਸੇ ਸਿੰਘ ਚਤਾਰਾ। ਕਹਿੰਦੇ ਬਿਨਾਂ ਸਿਮਰਨ ਤੋਂ ਨਾ, ਚਤਾਰਾ ਕਹਿੰਦੇ ਨੇ ਭੇਡੂ ਨੂੰ, ਸਿੰਘ ਕਹਿੰਦੇ ਸਿਰ ਤੇ ਸਿੰਘ ਨੇ। ਹੁਣ ਧਿਆਨ ਦੇਖਣਾ, ਤੁਸੀਂ 12 ਸਿੰਘਾਂ ਦੇਖਿਆ, ਉਹਦੇ ਸਿਰ ਤੇ ਸਿੰਘ ਨੇ। ਕਈ ਵਾਰੀ ਵੇਖਣਾ ਕਹਿੰਦਾ ਇੰਨਾ ਭਾਰ ਚੁੱਕੀ ਫਿਰਦਾ ਵਿਚਾਰਾ ਐਵੇਂ, ਤੇ ਕਈ ਵਾਰੀ ਉਹ ਸਿੰਘਾਂ ਕਰਕੇ ਹੀ ਨਾ ਕਿਸੇ ਝਾੜੀਆਂ 'ਚ ਫਸ ਜਾਂਦਾ, ਬੜਾ ਪਰੇਸ਼ਾਨ ਹੁੰਦਾ। ਤੇ ਕੀ ਕਹਿੰਦੇ, ਵਿਰਦਾ ਹੀ ਭਾਰ ਵਿਚਾਰਾ ਚੁੱਕੀ ਫਿਰਦਾ। ਤੇ ਗੁਰੂ ਜੀ ਕਹਿੰਦੇ ਫਿਰ ਧਿਆਨ ਦੇਈਂ, ਜਿਵੇਂ ਉਹ ਸਿਤਾਰਾ, ਉਹ ਭੇਡੂ ਜਾਂ ਉਹ 12 ਸਿੰਘਾਂ ਸਿਰ ਤੇ ਭਾਰ ਚੁੱਕੀ ਫਿਰਦਾ ਬਿਨਾਂ ਮਤਲਬ ਤੋਂ ਹੀ, ਕਹਿੰਦਾ ਜਿਹੜਾ ਨਾਮ ਸਿਮਰਨ ਨਹੀਂ ਕਰਦਾ ਉਹ ਆਪਣੇ ਉਹ ਸਿਰ ਤੇ ਵਿਕਾਰਾਂ ਦਾ ਭਾਰ ਐਵੇਂ ਚੁੱਕੀ ਫਿਰਦਾ। ਕਹਿੰਦਾ ਉਹ ਸਿੰਘ ਕਰਕੇ ਕਿਤੇ ਫਸ ਜਾਂਦਾ। ਕਹਿੰਦੇ ਫਿਰ ਇਹ ਬਿਨਾਂ ਸਿਮਰਨ ਤੋਂ ਸੰਸਾਰ 'ਚ ਫਸਿਆ ਹੀ ਰਹਿੰਦਾ, ਮਾੜਿਆਂ ਕਰਮਾਂ 'ਚ ਫਸਿਆ ਰਹਿੰਦਾ, ਮਾੜੀ ਸੋਚ 'ਚ ਫਸਿਆ ਹੀ ਰਹਿੰਦਾ। ਕਹਿੰਦੇ ਕਿਹੜੀ ਗੱਲੋਂ? ਕਿਉਂਕਿ ਸਿਮਰਨ ਨੇ ਹੀ ਤੁਹਾਨੂੰ ਛਡਾਉਣਾ ਹੈ, ਸਿਮਰਨ ਨੇ ਹੀ ਤੁਹਾਡਾ ਬੀੜਾ ਪਾਰ ਕਰਨਾ ਹੈ। ਠੀਕ ਹੈ, ਹੁਣ ਵਿਚਾਰ ਕਰਨਾ ਜ਼ਰਾ ਆਪ ਜੀ। ਗੁਰੂ ਸਾਹਿਬਾਨ ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਬੋਲੇ ਕੂਰ ਸਖਤ ਮੁਖ ਕਰ। ਬੋਲੇ ਕੂਰ, ਕੂਰ ਦਾ ਭਾਵ ਕੀ? ਕੂੜ ਬੋਲਣਾ, ਝੂਠ ਬੋਲਣਾ, ਵਿਅਰਥ ਬੋਲਣਾ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਜਿਹਦੀ ਅੰਦਰ ਦੀ ਬਿਰਤੀ ਜਾਗਰੂਕ ਨਹੀਂ ਹੈ, ਜਿਹਦੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਅਜੇ ਧਿਆਨ ਦੇਣਾ, ਵਾਹਿਗੁਰੂ ਵਾਹਿਗੁਰੂ ਤੇ ਕਰਦਾ ਪਿਆ, ਅੱਲਾ ਅੱਲਾ ਤੇ ਕਰਦਾ ਪਿਆ, ਪਰ ਮਿਲਾਪ ਨਹੀਂ ਹੈ, ਸੰਬੰਧ ਨਹੀਂ ਹੈ। ਠੀਕ ਹੈ, ਤੋਤਾ ਰਟਨ ਨਹੀਂ ਅਜੇ, ਮਿਲਾਪ ਨਹੀਂ। ਕਿ ਜਦੋਂ ਮਿਲਾਪ ਹੋਊਗਾ ਨਾ, ਇੱਕ ਪਲ ਵੀ ਅਗਰ ਜ਼ਿੰਦਗੀ ਜੀ ਗਿਆ ਉਹਦੇ ਵਿੱਚ ਵਾਹਿਗੁਰੂ ਸ਼ਬਦ ਦੇ ਅੰਦਰ, ਜ਼ਿੰਦਗੀ ਹੋਰ ਹੋਏਗੀ। ਤੇ ਗੁਰੂ ਸਾਹਿਬਾਨ ਕੀ ਕਹਿੰਦੇ ਨੇ? ਬੋਲੇ ਕੂਰ ਸਖਤ ਮੁਖ ਕਾਰਾ। ਕਹਿੰਦੇ ਜਿਹੜਾ ਨਾਮ ਤੋਂ ਬਗੈਰ, ਜਿਹਦੀ ਮਨ ਬਿਰਤੀ ਸਿਮਰਨ ਨਹੀਂ ਟਿਕਦਾ, ਉਹ ਜੋ ਕੁਝ ਵੀ ਬੋਲਦਾ ਝੂਠ ਹੀ ਬੋਲਦਾ, ਉਹ ਸੱਚ ਦੀ ਗੱਲ ਨਹੀਂ ਕਰਦਾ, ਉਹਦਾ ਮਨ ਟਿਕਦਾ ਹੀ ਨਹੀਂ, ਉਹਦਾ ਮਨ ਭਟਕਦਾ ਹੀ ਰਹਿੰਦਾ, ਵਿਕਾਰਾਂ ਨਾਲ ਹੀ ਭਰਿਆ। ਉਹਨੂੰ ਇੱਕੋ ਚੀਜ਼ ਲੱਗੀ ਰਹਿੰਦੀ ਹੈ ਵੀ ਜੋ ਮੈਂ ਸੋਚਿਆ ਨਾ ਮੈਂ ਸਹੀ ਹਾਂ, ਇਕੱਲਾ ਮੈਂ ਹੀ ਸਹੀ ਹਾਂ, ਮੈਨੂੰ ਹੀ ਅਕਲ ਹੈ ਸਾਰੀ, ਬਾਕੀ ਸਭ ਲੋਕ ਬੇਵਕੂਫ ਹੀ ਨੇ, ਹੈ ਨਾ। ਉਹ ਸਾਰੇ ਕੰਮ ਆਪਣੀ ਮਰਜ਼ੀ ਨਾਲ ਹੀ ਕਰਨਾ ਚਾਹੁੰਦਾ, ਉਹ ਕਿਸੇ ਦੀ ਗੱਲ ਮੰਨ ਕੇ ਖੁਸ਼ ਹੀ ਨਹੀਂ ਸੀਗਾ। ਤੇ ਗੁਰੂ ਸਾਹਿਬਾਨ ਪਤਾ ਕੀ ਕਹਿੰਦੇ? ਭਗਤ ਫਰੀਦ ਸਾਹਿਬਾਨ ਕਹਿੰਦੇ, ਫਰੀਦਾ ਤਿੰਨਾਂ ਮੁੱਖ ਡਰਾਵਨ ਹੈ, ਜਿੰਨਾ ਵਿਸਾਰਿਓ ਨਾਉ। ਕਹਿੰਦੇ ਇਹਨਾਂ ਦੇ ਮੂੰਹ ਤੋਂ, ਚਿਹਰੇ ਤੋਂ ਡਰ ਲੱਗਦਾ। ਕਹਿੰਦੇ ਕੀ? ਹੁਣ ਜਿਹੜਾ ਬੰਦਾ ਝੂਠ ਬੋਲਦਾ 24 ਘੰਟੇ, ਉਹਦਾ ਕੀ ਕਿਸੇ ਬਾਰੇ ਕੁਝ ਵੀ ਬੋਲਦੇ ਉਹਦੇ? ਕਹਿੰਦੇ ਤਿੰਨਾਂ ਮੁੱਖ ਡਰਾਵਨ ਹੈ। ਕਹਿੰਦੇ ਨਾ ਕੋਈ ਡਰ ਲੱਗਦਾ। ਕਹਿੰਦਾ ਕਿਹਨਾਂ ਕੋਲ ਦੱਸੋ? ਕਹਿੰਦੇ ਜਿਨ੍ਹਾਂ ਵਿਸਾਰਿਓ ਨਾ ਨਾਉ, ਨਾ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ, ਨਾਮ ਨੂੰ ਭੁੱਲੇ ਨੇ, ਸਿਮਰਨ ਨਹੀਂ ਕਰਦੇ। ਕਹਿੰਦੇ ਇਹਨਾਂ ਕੋਲ ਡਰ ਲੱਗਦਾ, ਪਤਾ ਨਹੀਂ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਇਹਨਾਂ ਨੇ, ਔਰ ਉਹ ਗੱਲ ਕੋਈ ਪਾਏਦਾਰ ਨਹੀਂ ਹੋਣੀ, ਉਹ ਗੱਲ ਕੋਈ ਸੱਚੀ ਨਹੀਂ ਹੋਣੀ, ਉਹ ਗੱਲ ਕੋਈ ਜ਼ੋਰਦਾਰ ਨਹੀਂ ਹੋਣੀ। ਇਹਨਾਂ ਨੇ ਝੂਠ ਹੀ ਬੋਲਣਾ, ਝੂਠ ਹੀ ਬੋਲਣਾ, ਔਰ ਬੇਕਾਰ ਗੱਲ ਕਰਨੀ ਇਹਨਾਂ ਨੇ, ਔਰ ਇਹੋ ਜਿਹੀ ਗੱਲ ਕਰਨੀ ਹੈ, ਧਿਆਨ ਦਿਓ, ਉਹ ਦਿਨ ਦੀ ਸੋਚੀ ਸਮਝੀ ਨਹੀਂ ਹੁੰਦੀ, ਪਤਾ ਹੀ ਨਹੀਂ। ਜਿਹੜਾ ਜੁੜਿਆ ਨਾ, ਜਿਹਦੇ ਅੰਦਰ ਸਿਮਰਨ ਚੱਲਦਾ, ਉਹ ਐਸੇ ਰਸ 'ਚ ਲੀਨ ਹੋ ਜਾਂਦਾ। ਕਿਵੇਂ ਰਸ 'ਚ ਲੀਨ ਕਿਵੇਂ ਹੋ ਜਾਂਦਾ?
ਜਦੋਂ ਬੰਦੇ ਨੂੰ ਪਿਆਸ ਲੱਗੀ ਹੁੰਦੀ, ਬਹੁਤ ਜ਼ਿਆਦਾ ਪਿਆਸ ਲੱਗੀ, ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਤੇ ਉਹਨੇ ਗਲਾਸ ਲਾ ਲਿਆ ਮੂੰਹ ਨੂੰ, ਤੇ ਵਿੱਚੋਂ ਕਿਸੇ ਨੇ ਪੁੱਛਿਆ ਭਾਈ ਸਾਹਿਬ ਫਲਾਣੀ ਚੀਜ਼ ਕਿੱਥੇ ਪਈ ਹੈ? ਉਹ ਬੋਲਦਾ ਨਹੀਂ ਮੈਂ। ਤੁਹਾਨੂੰ ਪੁੱਛਿਆ ਭਾਈ ਸਾਹਿਬ ਫਲਾਣੀ ਚੀਜ਼ ਕੀ? ਇਸ਼ਾਰਾ ਕਰਦਾ ਕੀ ਪਿਆਸ ਬਹੁਤ ਲੱਗੀ ਹੈ। ਹੁਣ ਗਲਾਸ ਮੂੰਹ ਤੋਂ ਹਟਲੂਗਾ ਤੇ ਜ਼ਬਾਨ ਹਿੱਲੂਗੀ ਨਾ, ਪਾਣੀ ਪੀਣਾ ਬੰਦ ਕਰੂਗਾ ਤੇ ਕੁਝ ਬੋਲੂਗਾ ਨਾ, ਤੇ ਜਿੰਨਾ ਚਿਰ ਉਹ ਪਾਣੀ ਪੀਂਦਾ ਰਹੂਗਾ ਉਹ ਬੋਲਦਾ ਨਹੀਂ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਜਿਹਦੇ ਅੰਦਰ ਸਿਮਰਨ ਚੱਲਦਾ, ਜਿੰਨਾ ਚਿਰ ਸਿਮਰਨ ਕਰੂਗਾ ਉਹਨਾਂ ਚਿਰ ਝੂਠ ਬੋਲੂਗਾ ਨਹੀਂ, ਕੋਈ ਮਾੜਾ ਲਫ਼ਜ਼ ਨਹੀਂ ਬੋਲੂਗਾ। ਇਹ ਉਦੋਂ ਹੀ ਬੋਲਦਾ ਜਿਨ੍ਹਾਂ ਦੇ ਅੰਦਰ ਸਿਮਰਨ ਨਹੀਂ ਚੱਲਦਾ। ਜਿਹੜਾ ਕੁਝ ਖਾ ਪੀ ਨਹੀਂ ਰਿਹਾ ਉਹ ਤੇ ਕੋਈ ਜਵਾਬ ਦੇ ਦੂਗਾ, ਪਰ ਜਿਹਦੇ ਮੂੰਹ ਨੂੰ ਗਲਾਸ ਲੱਗਾ ਏ ਉਹ ਕੁਝ ਨਹੀਂ ਬੋਲਦਾ, ਇਸ਼ਾਰੇ ਕਰਦਾ ਹੈ ਵੀ ਖੜ ਜਾ, ਪਾਣੀ ਪੀ ਲੈਂਦੇ, ਪਿਆਸ ਮਿਟਾ ਲੈਣ ਦੇ। ਉਹ ਜਿੰਨਾ ਅੰਦਰ ਸਿਮਰਨ ਚੱਲਦਾ ਹੈ ਉਹ ਇਸ਼ਾਰੇ ਕਰਦੇ ਸੰਸਾਰ ਨੂੰ ਵੀ ਸਾਨੂੰ ਅੰਦਰ ਜੁੜ ਲੈਣ ਦਿਓ, ਜਦੋਂ ਅੰਦਰੋਂ ਜੁੜ ਜਾਗੇ ਫਿਰ ਬੋਲਣ ਜੋਗੇ ਹੋਵਾਂਗੇ। ਤੇ ਧਿਆਨ ਦਿਓ, ਜੁੜਿਆ ਇੱਕ ਅਵਸਥਾ ਤੇ ਪਹੁੰਚ ਜਾਈਦਾ ਹੈ, ਮਨ ਚੁੱਪ ਕਰ ਜਾਂਦਾ ਹੈ, ਮਨ ਚੁੱਪ ਕਰ ਜਾਂਦਾ ਹੈ। ਐਸੀ ਚੁੱਪੀ ਸਾਧਦਾ ਹੈ ਕਿ ਫਿਰ ਮਨ ਨਹੀਂ, ਫਿਰ ਅੰਦਰੋਂ ਪਰਮਾਤਮਾ ਬੋਲਣ ਲੱਗ ਪੈਂਦਾ ਹੈ, ਅੰਦਰੋਂ ਪਰਮਾਤਮਾ ਬੋਲਣ ਲੱਗ ਪੈਂਦਾ। ਜਿੱਥੇ ਪਹੁੰਚ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ। ਉਹ ਕਹਿੰਦੇ ਹੁਣ ਮੈਂ ਆਪ ਬੋਲਣਾ ਕੁਝ ਨਹੀਂ ਜਾਣਦਾ। ਆਪ ਬੰਦਾ ਕੀ ਗੱਲ ਕਰੇਗਾ? ਸੰਸਾਰੀ ਗੱਲ ਕਰੇਗਾ, ਆਹ ਠੀਕ ਨਹੀਂ ਹੈ, ਉਹ ਠੀਕ ਨਹੀਂ ਹੈ, ਆਹ ਮੇਰਾ ਕੰਮ ਨਹੀਂ ਬਣਿਆ, ਆਹ ਤੁਹਾਡੇ ਕਰਕੇ ਗੜਬੜ ਹੋ ਗਈ ਮੇਰੀ ਸਾਰੀ। ਇਹ ਆਮ ਬੰਦੇ ਦੀ ਗੱਲ ਹੈ। ਰੱਬ ਨਾਲ ਜੁੜਿਆ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ। ਰੱਬ ਦੇ ਜੁੜੇ ਕੋਲ ਪਾਣੀ ਪੀਂਦਿਆਂ ਕੋਲ ਤੇ ਵਿਹਲ ਹੀ ਨਹੀਂ ਹੈ ਕਿਸੇ ਦੀ ਗੱਲ ਜਵਾਬ ਦੇ ਦੇਵੇ। ਰੱਬ ਨਾਲ ਜੁੜਿਆਂ ਕੋਲ ਤੇ ਵਿਹਲ ਹੀ ਨਹੀਂ ਹੈ ਕਿਸੇ ਦੀ ਨਿੰਦਿਆ ਕਰ ਜਾਣ ਜਾਂ ਕਹਿ ਦੇਣ ਵੀ ਇਹ ਗੱਲ ਗਲਤ ਹੈ। ਉਹ ਤੇ ਰੰਗੇ ਗਏ ਨੇ। ਤੇ ਫਰੀਦ ਸਾਹਿਬ ਕਹਿੰਦੇ ਫਰੀਦਾ ਤਿੰਨਾਂ ਮੁੱਖ ਡਰਾਵਣੇ। ਉਹ ਕਹਿੰਦੇ ਉਹਨਾਂ ਦੇ ਮੂੰਹ ਬੜੇ ਡਰਾਉਣੇ ਨੇ, ਮੁੱਖ ਡਰਾਉਣੇ ਨੇ। ਮੁੱਖ ਦਾ ਭਾਵ ਕੀ ਆ? ਮਨ ਬਿਰਤੀ ਉਹਦਾ ਡਰਾਉਣੀ ਹੈ। ਕਹਿੰਦਾ ਕੀ ਡਰਾਉਣੀ? ਕਹਿੰਦੇ ਪਤਾ ਨਹੀਂ ਕੀ ਬੋਲਦੇ ਉਹਨਾਂ ਨੇ। ਕਹਿੰਦਾ ਕੌਣ ਨੇ ਉਹ ਜਿਨ੍ਹਾਂ ਕੋਲ ਡਰ ਲੱਗਦਾ? ਫਰੀਦ ਜੀ ਤੁਹਾਨੂੰ ਕੌਣ ਨੇ ਉਹ? ਕਹਿੰਦੇ ਜਿਨ੍ਹਾਂ ਵਸਾਰਿਓ ਨਾਉ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਭੁੱਲੇ ਨੇ, ਯਾਦ ਜ ਨਹੀਂ ਖੁੱਬੇ, ਇਹ ਉਹਨਾਂ ਦੀ ਗੱਲ ਹੈ। ਤੇ ਅੱਗੇ ਕੀ ਕਹਿਣ ਲੱਗੇ? ਕਹਿੰਦੇ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਇੱਥੇ ਦਾ ਭਾਵ ਸਰੀਰ। ਕਹਿੰਦੇ ਇਸ ਸਰੀਰ ਵਿੱਚ ਰਹਿੰਦੇ ਇੱਥੇ ਜੀਵਨ ਗੁਜ਼ਾਰਦਿਆਂ ਉਹਨਾਂ ਨੂੰ ਬੜੇ ਦੁੱਖ ਮਿਲਣੇ, ਬੜੇ ਦੁਖੀ ਰਹਿਣਾ ਇਹਨਾਂ ਨੇ। ਕੌਣ? ਜਿਹੜੇ ਪਾਣੀ ਨਹੀਂ ਪੀਣ ਦੇ। ਤੁਸੀਂ ਦੇਖੋ ਸਰੀਰ ਦੀ ਜ਼ਰੂਰਤ ਹੈ ਪਾਣੀ, ਪਾਣੀ ਘੱਟ ਜਾਏ ਤੇ ਬੰਦਾ ਸਰੀਰ ਕੰਮ ਕਰਨ ਨੂੰ ਹਟ ਜਾਂਦਾ। ਡਾਕਟਰ ਕੋਲ ਜਾਂਦੇ ਆ, ਕਹਿੰਦਾ ਜੀ ਪਾਣੀ ਘੱਟ ਗਿਆ। ਤੇ ਵਿਚਾਰ ਕਰਨਾ, ਉਹ ਪਾਣੀ ਦੀ ਅੰਦਰ ਰਹਿਣ ਦੀ ਇੱਕ ਮਿਕਦਾਰ ਆ, ਮਾਤਰਾ ਆ। ਇੰਨਾ ਪਾਣੀ ਰਹਿਣਾ ਚਾਹੀਦਾ। ਲੈਵਲ ਡਾਊਨ ਹੋ ਗਿਆ ਪਾਣੀ ਦਾ, ਠੀਕ ਹੈ। ਧਰਤੀ ਦਾ ਲੈਵਲ ਡਾਊਨ ਹੋ ਜਾਏ ਤੇ ਸੋਕਾ ਪੈ ਜਾਂਦਾ। ਸਰੀਰ 'ਚੋਂ ਪਾਣੀ ਘੱਟ ਜਾਵੇ, ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ। ਉਹ ਪਾਣੀ ਉਸ ਕਮਜ਼ੋਰੀ ਨੂੰ ਪੂਰਾ ਕਰ ਦਿੰਦਾ। ਸਾਡੇ ਮਨ ਵਿੱਚ ਨਾਮ ਦੇ ਪਾਣੀ ਦੀ ਕਮੀ ਹੈ ਤਾਂ ਮਨ 'ਚ ਕਮਜ਼ੋਰੀ ਆ ਗਈ ਹੈ। ਕਿਸੇ ਦੀ ਗੱਲ ਨਹੀਂ ਸਾਰਦਾ, ਕਿਸੇ ਦੀ ਕਈ ਚੰਗੀ ਨਹੀਂ ਲੱਗਦੀ, ਸਿਰਫ ਆਪਣੀ ਚੰਗੀ ਲੱਗਦੀ। ਸੋਕਾ ਪੈ ਗਿਆ ਨਾ। ਉਹ ਕੀ ਹੈ? ਨਾਮ ਸਿਮਰਨ। ਉਹ ਕਹਿੰਦੇ ਜਿਹੜੇ ਨਾਮ ਸਿਮਰਨ ਨਹੀਂ ਕਰਦੇ, ਇੱਥੇ ਦੁੱਖ ਘਨੇਰਿਆਂ, ਕਹਿੰਦੇ ਬੜੇ ਦੁੱਖ ਮਿਲਣੇ ਇਹਨਾਂ ਨੂੰ। ਅੱਗੇ ਠੌਰ ਨਾ ਠਾਓ। ਕਹਿੰਦੇ ਜਦੋਂ ਸੀ ਛੱਡ ਕੇ ਜਾਣਾ ਨਾ ਤਾਂ ਅੱਗੇ ਦਰਗਾਹ 'ਤੇ ਇਹਨਾਂ ਨੂੰ ਕਿਸੇ ਨੇ ਬਹਿਣ ਨਹੀਂ ਦੇਣਾ, ਥਾਂ ਨਹੀਂ ਮਿਲਣੀ ਉੱਥੇ। ਕਿਹੜੀ ਗੱਲੋਂ? ਕਿਉਂਕਿ ਇਹਨਾਂ ਨੇ ਸਿਮਰਨ ਨਹੀਂ ਕੀਤਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਬੋਲੇ ਕੂਰ ਸਖਤ ਮੁਖਕਾਰਾ। ਕਹਿੰਦੇ ਝੂਠ ਬੋਲਦੇ ਨੇ, ਮਾੜਾ ਬੋਲਦੇ ਨੇ। ਕੌਣ? ਜਿਹੜੇ ਨਾਮ ਸਿਮਰਨ ਨਹੀਂ ਕਰਦੇ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ। ਕੀ ਕਹਿਣ ਲੱਗੇ?
ਸਖਤ ਮੁਖ ਕਾਰਾ। ਕਹਿੰਦੇ ਗੁਰੂ ਦੇ ਮਾਰਗ ਤੇ ਨਹੀਂ ਚੱਲਦੇ, ਤੇ ਜਿਹੜੇ ਗੁਰੂ ਦੇ ਮਾਰਗ ਤੇ ਨਹੀਂ ਚੱਲਦੇ ਮੁੱਖ ਆਤਮਾ, ਕਹਿੰਦੇ ਫਿਰ ਇਹਨਾਂ ਦੀ ਆਤਮਾ, ਇਹਨਾਂ ਦਾ ਮਨ ਜਿਹੜਾ ਹੈ ਉਹ ਕਾਲਾ ਰਹਿੰਦਾ ਹੈ। ਕਾਰਾ ਦਾ ਭਾਵ ਕਾਲਾ ਰਹਿੰਦਾ ਹੈ। ਇਹਦਾ ਮਤਲਬ ਇਹਨਾਂ ਦੇ ਮਨ 'ਚ ਕਲਖ ਰਹਿੰਦੀ ਹੈ, ਇਹਨਾਂ ਦੀ ਮਨ ਬਿਰਤੀ ਸਾਫ਼ ਨਹੀਂ ਹੁੰਦੀ, ਇਹਨਾਂ ਦੀ ਮਨ ਬਿਰਤੀ ਆਪਣੇ ਆਪ ਦੀ ਪਹਿਚਾਣ ਨਹੀਂ ਕਰ ਸਕਦੀ। ਕਲਖ ਦਾ ਭਾਵ ਕੀ ਹੁੰਦਾ? ਰੂਪ ਤਬਦੀਲੀ ਹੋ ਜਾਣਾ, ਆਪਣੇ ਆਪ ਦੀ ਕੱਪੜੇ ਦੀ ਪਹਿਚਾਣ ਨਾ ਹੋਣੀ। ਕਿਸੇ ਲਈ ਆਪਾਂ ਕੋਈ ਕਮੀਜ਼ ਧੋਣ ਲੱਗਦੇ ਹਾਂ ਤੇ ਬੱਚੇ ਨੂੰ ਮਾਂ ਕਹਿੰਦੀ ਤੂੰ ਤਾਂ ਕਮੀਜ਼ ਕਾਲੀ ਬੜੀ ਕੀਤੀ ਹੈ। ਕਿਉਂ ਕਿਹਾ ਉਹਨੇ? ਉਹਦੇ ਕੋਲ ਧੁੱਬਣ ਨਹੀਂ ਡਈ, ਤੇ ਕਮੀਜ਼ ਆਪਣੇ ਰੰਗ 'ਚ ਨਹੀਂ ਜਾ ਰਹੀ, ਆਪਣੇ ਅਸਲੀ ਰੂਪ 'ਚ ਨਹੀਂ ਜਾ ਰਹੀ। ਕੀ ਕਹਿੰਦੀ? ਕਾਲੀ ਬੜੀ ਕੀਤੀ, ਗੰਦੀ ਬੜੀ ਕੀਤੀ। ਤੇ ਗੁਰੂ ਸਾਹਿਬਾਨ ਕਹਿੰਦੇ ਇਹ ਫਿਰ ਆਤਮਾ ਆਪਣੇ ਅਸਲੀ ਸਰੂਪ ਵਿੱਚ ਨਹੀਂ ਜਾਂਦੀ, ਇਹ ਕਾਲੀ ਰਹਿੰਦੀ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਬਿਨ ਸਿਮਰਨ ਗਰਦਬ ਕੀ ਨਿਆਈ। ਦੱਸੋ, ਕਹਿੰਦੇ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਸਾਡੀ ਆਤਮਿਕ ਬਿਰਤੀ ਗਧੇ ਦੀ ਨਿਆਈ ਰਹਿੰਦੀ ਹੈ, ਗਧੇ ਦੀ ਨਿਆਈ। ਇਸ ਗੱਲ ਦਾ ਕਬੀਰ ਸਾਹਿਬ ਨੇ ਵੀ ਜਵਾਬ ਦਿੱਤਾ। ਕਬੀਰ ਸਾਹਿਬ ਕੀ ਕਹਿੰਦੇ? ਕਬੀਰ ਸਾਹਿਬ ਕਹਿੰਦੇ ਹਰੀ ਅੰਗੂਰੀ ਗਧਾ ਚਰੇ, ਨਿਤ ਉਠ ਹਾਸੇ ਹਿੰਗੇ ਮਰੇ। ਹਰੀ ਅੰਗੂਰੀ ਗਧਾ ਚਰੇ, ਕਹਿੰਦਾ ਗਧੇ ਦੀ ਨਿਆਈ ਕਿੱਦਾਂ ਹੈ? ਕਹਿੰਦੇ ਜਿਹੜਾ ਸਿਮਰਨ ਨਹੀਂ ਕਰਦੇ ਨਾ, ਹੁਣ ਖੋਤਾ ਉਹ ਬਾਹਰ ਛੱਡਿਆ, ਤੇ ਕਿਸੇ ਨੇ ਨਾ ਉਹਦੇ ਮਾਲਕ ਨੇ ਸੋਚਿਆ ਵੀ ਕੱਲ ਦਾ ਘਾਹ ਪਿਆ ਆ, ਤੈਨੂੰ ਪਾ ਦਈਏ, ਇਹ ਵੀ ਖਾ ਲੂਗਾ। ਉਹਨੇ ਘਾਹ ਪਾ ਦਿੱਤਾ, ਕੱਲ ਦਾ ਪਿਆ ਹੋਇਆ। ਖੋਤੇ ਨੇ ਮੂੰਹ ਮਾਰਿਆ, ਜਿਹੜਾ ਘਾਹ ਸੁੱਟਿਆ ਉਹਨੇ ਅੱਗੇ ਕੱਲ ਦਾ ਪਿਆ ਉਹ ਪਰਾਂ ਸੁੱਟ ਦਿੱਤਾ, ਹਰਿਆ ਹਰਿਆ ਚਰਦਾ। ਕੋਈ ਕਹਿੰਦਾ ਦੇਖੋ ਕਿੰਨਾ ਸਿਆਣਾ ਹੈ ਖੋਤਾ, ਕਹਿੰਦਾ ਕੀ ਇੰਨੀ ਅਕਲ ਹੈ ਖੋਤੇ ਨੂੰ ਵੀ। ਕੀ ਅਕਲ ਆ? ਵੀ ਬਹਿਆ ਘਾਹ ਨਹੀਂ ਖਾਣਾ, ਹਰਿਆ ਹਰਿਆ ਖਾਣਾ, ਇੱਕ ਅਕਲ ਹੈ। ਦੇਖੋ ਖੋਤੇ ਕੋ ਵੀ ਅਕਲ ਹੈ, ਇਨਸਾਨ ਕੋ ਹੈ ਨਹੀਂ। ਤੇ ਕਬੀਰ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਇਨਸਾਨ ਤੂੰ ਇਨਸਾਨ ਹੋ ਕੇ ਵੀ ਖੋਤਾ ਹੀ ਹੈ। ਕਹਿੰਦਾ ਉਹ ਕਿਵੇਂ? ਤੂੰ ਤੇ ਵਡਿਆਈ ਕਰਦਾ ਵੀ ਹਰਿਆ ਹਰਿਆ ਘਾਹ ਖਾਣ ਡਿਆ ਤੇ ਸੁੱਕਾ ਪਰਾਂ ਲੱਤ ਮਾਰੀ ਉਹਨੇ, ਤੂੰ ਵੀ ਕਹਿੰਦੇ ਖੋਤਾ ਹੀ ਹੈ, ਤੇਰੀ ਵੀ ਸੋਚ ਖੋਤੇ ਵਰਗੀ ਹੈ। ਕਹਿੰਦਾ ਕਿਵੇਂ? ਕਹਿੰਦੇ ਹਰੀ ਅੰਗੂਰੀ ਗਧਾ ਚਰੇ, ਕਹਿੰਦੇ ਤੇਰੀ ਬਿਰਤੀ ਗਧੇ ਵਰਗੀ ਹੈ। ਜੋ ਤੂੰ ਅੱਜ ਕੀਤਾ ਨਾ ਇਸ ਜਨਮ 'ਚ, ਉਹਦਾ ਫਲ ਲੱਭਦਾ ਫਿਰਦਾ। ਜਿਹੜਾ ਵਿਆਹ ਘਾਹ ਨਾ, ਜੋ ਪਿਛਲੇ ਜਨਮਾਂ 'ਚ ਕਰਮ ਕੀਤੇ ਹੀ ਉਹਨਾਂ ਲੱਤਾਂ ਮਾਰਦਾ ਫਿਰਦਾ, ਤੇਰੇ ਦੇ ਖੋਤੇ 'ਚ ਫਰਕ ਕੀ ਹੈ? ਕਹਿੰਦਾ ਕਿਉਂ? ਕਿਉਂਕਿ ਗੁਰੂ ਸਾਹਿਬਾਂ ਨੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਲਿਖਿਆ, ਮਨ ਮੂਰਖ ਕਾਹੇ ਬਿਲ ਲਾਈਏ। ਗੁਰਬ ਲਿਖੇਗਾ, ਲਿਖਿਆ ਪਾਈਏ। ਕਹਿੰਦਾ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕਰ ਲਾਉਣਾ? ਜੋ ਪਿੱਛੇ ਬੀਜ ਕੇ ਆਇਆ ਕੱਟਣਾ ਤਾਂ ਉਹੀ ਹੈ, ਜਿਹੜੇ ਪਿੱਛੇ ਕਰਮ ਕਰਕੇ ਆਏ ਫਲ ਉਹਨਾਂ ਦਾ ਮਿਲਣਾ ਹੈ। ਇਹਦਾ ਮਤਲਬ ਗਧੇ ਵਾਲੇ ਕੰਮ ਨਾ ਕਰ ਵੀ ਜੋ ਅੱਜ ਬੀਜਿਆ, ਜੋ ਅੱਜ ਕੀਤਾ ਉਹਦਾ ਫਲ ਲੱਭਦੇ ਫਿਰਦੇ ਆ। ਕਈ ਵਾਰੀ ਦੇਖੋ ਕਈ ਸੱਜਣ ਮਿਲਣਗੇ ਆਪ ਜੀ ਨੂੰ, ਕੀ ਕਹਿਣਗੇ? ਅਸੀਂ ਤਾਂ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦਾ ਮਾਰਾ ਨਹੀਂ ਤੱਕਿਆ, ਅਸੀਂ ਆਪਣੀ ਜ਼ਿੰਦਗੀ 'ਚ ਕੋਈ ਪਾਪ ਨਹੀਂ ਕੀਤਾ, ਅਸੀਂ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ, ਫਿਰ ਵੀ ਅਸੀਂ ਦੁਖੀ ਹਾਂ। ਆ ਕੇ ਨਾ ਗਧੇ ਦੀ ਨਿਆਈ, ਅਸੀਂ ਹਰਿਆ ਘਾਹ ਖਾਣਾ ਹੈ। ਇਹਦਾ ਮਤਲਬ ਜੋ ਅਸੀਂ ਆਪਣੇ ਇਸ ਜੀਵਨ 'ਚ ਬੀਜਿਆ ਉਹਦਾ ਫਲ ਲੱਭਦੇ ਫਿਰਦੇ ਆ, ਜੋ ਪਿੱਛੇ ਬੀਜ ਕੇ ਆਏ ਆ ਉਹ ਤੇ ਭੁੱਲ ਗਏ, ਲੱਤਾਂ ਮਾਰਦੇ ਫਿਰਦੇ ਉਹਨੂੰ। ਇਹਦਾ ਕੀ ਮਤਲਬ ਹੋਇਆ? ਇਹ ਕਿਹੜੇ ਕਰਮ ਹੋਏ ਪਿਛਲੇ? ਨਹੀਂ। ਤਾਂ ਉਹਨਾਂ ਨੇ ਕਿਹਾ, ਗੁਰੂ ਸਾਹਿਬਾਨ ਨੇ ਬਿਨ ਸਿਮਰਨ ਗਰਦਬ ਕੀ ਨਿਆਈ। ਅੰਨਾ 'ਚ ਸਿਮਰਨ ਕਰੇਗਾ ਨਾ ਤੇ ਤਾਂ ਤੈਨੂੰ ਬਹਿ ਘਾਹ ਦੀ ਸੋਝੀ ਆਉਣੀ ਹੈ, ਪਿਛਲੇ ਕਰਮਾਂ ਦੀ ਸੋਝੀ ਆਉਣੀ ਹੈ। ਜੇ ਸਿਮਰਨ ਨਹੀਂ ਕਰੇਗਾ ਨਾ ਤੇ ਤੈਨੂੰ ਇਸ ਜਨਮ 'ਚ ਕੀਤੇ ਕਰਮ ਦਿਖਾਈ ਦੇਣੇ, ਪਿਛਲਾ ਜਨਮ ਦਿਖਾਈ ਨਹੀਂ ਦੇਣਾ। ਤੂੰ ਉਹਨੂੰ ਮੰਨਣਾ ਹੀ ਨਹੀਂ। ਆਹ ਤੇਰਾ ਜ਼ਿੰਦਗੀ ਗਧੇ ਵਾਲੀ ਹੈ। ਫਿਰ ਕੀ ਕਹਿੰਦੇ? ਕਹਿੰਦੇ ਸਾਕਤ ਥਾਨ ਭ੍ਰਿਸ਼ਟ ਫਰਾਹੀ। ਕਹਿੰਦਾ ਫਿਰ ਇਹ ਮਨਮੁਖ ਹੈ, ਜਿਹੜਾ ਗਧਾ ਆ ਇਹ ਮਨਮੁਖ ਹੈ। ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਜੋ ਪਿਛਲੇ ਜਨਮਾਂ 'ਚ ਮੈਂ ਬੀਜਿਆ ਸੀ ਉਹ ਖਾਣ ਡਿਆ। ਇਹ ਮੰਨਣ ਨੂੰ ਤਿਆਰ ਨਹੀਂ ਵੀ ਮੇਰੇ ਪਿਛਲੇ ਕਰਮ ਨੇ। ਕਹਿੰਦਾ ਫਿਰ ਇਹ ਜਿੱਦਾਂ ਗਧਾ ਅਵਾਰਾ ਹੀ ਫਿਰਦਾ ਰਹਿੰਦਾ, ਰੂੜੀਆਂ 'ਤੇ ਹੀ ਫਿਰਦਾ ਰਹਿੰਦਾ। ਕਹਿੰਦੇ ਫਿਰ ਇਹ ਮਨ ਵੀ ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਅਵਾਰਾ ਹੀ ਫਿਰਦਾ ਰਹੂ ਔਰ ਰੂੜੀਆਂ 'ਤੇ ਹੀ ਫਿਰਦਾ ਰਹੂ। ਇਹਦਾ ਮਤਲਬ ਕਿ ਇਹਦੀ ਸੋਚ ਜਿਹੜੀ ਹੈ
ਮਾੜੀ ਰਹਿਣੀ ਹੈ। ਇਹਦੀ ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਜਿਹੜਾ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ। ਫਿਰ ਦੇਖੋ ਬੜੀ ਵੱਡੀ ਗੱਲ ਕਹੀ ਜੇ, ਕਹਿੰਦੇ ਬਿਨ ਸਿਮਰਨ ਕੁੱਕੜ ਹਰਕਾਇਆ। ਦੱਸੋ ਹਰਕਾਇਆ ਕਿਉਂ ਲਿਖਿਆ? ਜਿਹੜਾ ਹਲਕਾ ਕੁੱਤਾ ਹੁੰਦਾ ਨਾ, ਹਲਕਾ ਕੁੱਤਾ, ਉਹ ਕਦੀ ਵੀ ਇੱਕ ਥਾਂ ਤੇ ਟਿਕਦਾ ਨਹੀਂ ਜਾਏਗਾ। ਹਲਕੇ ਕੁੱਤੇ ਦੀ ਨਿਸ਼ਾਨੀ ਇਹੀ ਹੈ ਕਿ ਉਹਨੇ ਮੂੰਹ ਖੋਲ ਕੇ ਭੱਜੇ ਹੀ ਤੁਰੇ ਜਾਣਾ, ਭੱਜੇ ਹੀ ਤੁਰੇ ਜਾਣਾ, ਭੱਜੇ ਹੀ ਤੁਰੇ, ਖਲੋਣਾ ਹੀ ਕਿਤੇ ਨਹੀਂ। ਇਹ ਹਲਕਾਏ ਕੁੱਤੇ ਦੀ ਪਛਾਣ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਸਿਮਰਨ ਨਹੀਂ ਨਾ ਕਰਦੇ, ਉਹਨਾਂ ਦੀ ਬਿਰਤੀ ਹਲਕੇ ਕੁੱਤੇ ਵਾਲੀ ਹੈ। ਜਿੱਦਾਂ ਕੁੱਤਾ ਕਿਤੇ ਨਹੀਂ ਖਲੋਂਦਾ, ਕਹਿੰਦਾ ਇਹਨਾਂ ਦੀ ਮਨ ਬਿਰਤੀ ਕਿਤੇ ਨਹੀਂ ਜੇ ਖਲੋਂਦੀ। ਗੱਲ ਤੇ ਅੰਦਰ ਦੀ ਹੈ ਸਾਰੀ। ਕਹਿੰਦੇ ਮਨ ਬਿਰਤੀ ਕਿਤੇ ਵੀ ਨਹੀਂ ਖਲੋਂਦੀ ਇਹਨਾਂ ਦੀ, ਭੱਜੀ ਫਿਰਦੀ ਹਲਕਾਏ ਕੁੱਤੇ ਵਾਂਗੂ, ਭੱਜੀ ਫਿਰਦੀ ਹੈ, ਭੱਜੀ ਫਿਰਦੀ ਹੈ। ਕਿਹੜੀ ਗੱਲੋਂ? ਕਿਉਂਕਿ ਇਹ ਨਾਮ ਸਿਮਰਨ ਨਹੀਂ ਕਰਦੇ। ਇੱਕ ਸਿਮਰਨ ਮਨ ਨੂੰ ਟਿਕਾ ਸਕਦਾ ਹੈ, ਇੱਕ ਜਗ੍ਹਾ ਤੇ ਬਿਠਾ ਸਕਦਾ ਹੈ। ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਤੁਹਾਡੀ ਮਨ ਬਿਰਤੀ ਹਲਕਾਏ ਕੁੱਤੇ ਵਾਂਗੂ ਭਟਕਦੀ ਰਹਿਣੀ ਹੈ, ਭੱਜੀ ਰਹਿਣੀ ਹੈ, ਭੱਜੀ ਰਹਿਣੀ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਸਾਖਤ ਲੋਭੀ ਬੰਦ ਨਾ ਪਾਇਆ। ਕਹਿੰਦਾ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਸਾਹਿਬਾਂ ਦੇ ਮਾਰਗ ਤੇ ਨਹੀਂ ਚੱਲਦਾ, ਕਹਿੰਦੇ ਲੋਭੀ ਹੈ। ਹੁਣ ਧਿਆਨ ਦੇਣਾ, ਬੰਦ ਨਾ ਪਾਇਆ। ਬੰਦ ਨਾ ਪਾਇਆ ਦਾ ਮਤਲਬ ਕੀ? ਕਹਿੰਦੇ ਜਿਹੜਾ ਨਾ, ਜਿਹਦੇ ਮਨ ਵਿੱਚ ਲਾਲਚ ਆ, ਬੰਦਾ ਮਾਰਗ ਦਾ ਕਿਤੇ ਖਲੋ ਜਾਣਾ। ਕਿੱਦਾਂ? ਆਪਣੇ ਘਰ ਮੱਝ ਆ, ਗਾਂ ਆ, ਖੁੱਲ ਗਈ ਕਿੱਲੇ ਤੋਂ, ਤੁਰਨ ਲੱਗ ਪਈ, ਕਦੀ ਕਿਧਰ ਕਦੀ ਕਿਤੇ। ਉਹਨੂੰ ਵਿਚਾਰੇ ਨੂੰ ਕਿਹੜੀ ਪਤਾ ਆ ਵੀ ਆ ਜਿਹੜੇ ਮੈਂ ਪੈਲੀ 'ਚ ਵੜਨ ਲੱਗੀ ਆ ਆਪਣੀ ਆ ਕਿ ਕਿਸੇ ਹੋਰ ਦੀ, ਪਤਾ ਨਹੀਂ। ਤੇ ਕੀ ਕਹਿੰਦੇ ਗੁਆਂਢੀ? ਆਪਣੀ ਗਾਂ ਬੰਨੋ ਜੀ। ਜਦੋਂ ਗਾਂ ਆਪਾਂ ਲਿਆ ਕੇ ਬੰਨ੍ਹ ਦਿੱਤੀ ਕਿੱਲੇ ਤੇ, ਕੀ ਕਹਿੰਦਾ? ਬੰਨ੍ਹ ਦਿੱਤੀ। ਇਹਦਾ ਮਤਲਬ ਬੰਦਾ ਭਾਵਿਆ ਵੀ ਹੁਣ ਇਹ ਖਲੋ ਗਈ ਇੱਕ ਥਾਂ ਤੇ। ਤੇ ਗੁਰੂ ਸਾਹਿਬ ਨੇ ਕਹਿੰਦੇ ਸਖਤ ਲੋਭੀ ਬੰਦ ਨਾ ਪਾਇਆ। ਆਂਦੇ ਜਿੱਦਾਂ ਮਨ ਲੋਭੀ ਹੈ ਨਾ, ਇਹ ਕਦੀ ਇੱਕ ਥਾਂ ਤੇ ਖਲੋਂਦਾ ਹੀ ਨਹੀਂ, ਬੈਠਦਾ ਹੀ ਨਹੀਂ ਕਿੱਲੇ ਤੇ। ਲਾਲਚੀ ਬੰਦਾ, ਲੋਭੀ ਬੰਦਾ ਗੁਰੂ ਘਰ ਜਾਵੇ, ਮੱਥਾ ਟੇਕੇ, ਪਰ ਉਹਦੇ ਮਨ ਵਿੱਚ ਟਿਕਣੀ ਨਹੀਂ ਇੱਕ ਥਾਂ ਤੇ, ਉਹਨੇ ਖਲੋਣਾ ਹੀ ਨਹੀਂ ਇੱਕ ਥਾਂ ਦੇ ਉੱਤੇ। ਉਹਨੇ ਭਟਕੀ ਤੁਰੀ ਜਾਣਾ, ਭਟਕੀ ਤੁਰੀ ਜਾਣਾ, ਖਲੋਣਾ ਹੀ ਨਹੀਂ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਵੀ ਵਿਚਾਰ ਕਰਕੇ ਦੇਖੋ। ਕੈਸੀ ਵਿਚਾਰ ਕਰੋ? ਕਿ ਜਿੰਨਾ ਚਿਰ ਸਾਡੇ ਅੰਦਰ ਨਾਮ ਸਿਮਰਨ ਨਹੀਂ ਹੈ, ਜਿੰਨਾ ਚਿਰ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਕਹਿੰਦੇ ਉਹਨਾਂ ਚਿਰ ਸਾਡੀ ਇਹਨਾਂ ਨਾਲ ਹੀ ਸੰਬੰਧ, ਸਾਡਾ ਇਹਨਾਂ ਨਾਲ ਸਾਡਾ ਨਾਤਾ ਹੈ, ਜਿਨ੍ਹਾਂ ਦਾ ਸਰੂਪ ਤੇ ਅਸੀਂ ਛੱਡ ਆਏ ਹਾਂ, ਪਰ ਸੁਭਾਅ ਅੰਦਰ ਹੀ ਹੈ। ਕਹਿੰਦੇ ਇੱਕ ਚਿੜੀਆ ਘਰ ਹੈ ਜਿਹਦੇ ਅੰਦਰ ਜਾਨਵਰ ਬੜੇ ਹੁੰਦੇ ਨੇ। ਕਹਿੰਦਾ ਹਾਂਜੀ। ਕਹਿੰਦਾ ਫਿਰ ਸਾਡਾ ਮਨ ਵੀ ਚਿੜੀਆ ਘਰ ਜਿਹਦੇ ਅੰਦਰ ਬੜੇ ਜਾਨਵਰਾਂ ਦਾ ਸੁਭਾਅ ਬੈਠਾ, ਕੁੱਤੇ ਦਾ, ਡੰਗਰ ਦਾ, ਗਧੇ ਦਾ। ਦੇਖੋ ਕਿੰਨੇ ਕੁ ਸੁਭਾਅ ਲਿਖੇ। ਕਹਿਣ ਲੱਗੇ ਭਾਈ ਇੱਦਾਂ ਕਰ, ਆਪਣੇ ਅੰਦਰ ਜਾ ਤੇ ਝਾਤੀ ਮਾਰ। ਚਿੜੀਆ ਘਰ ਵੇਖਣ ਜਾਣਾ, ਕਿਤੇ ਆਪਣੇ ਅੰਦਰ ਵੇਖ, ਸਾਰੇ ਜਾਨਵਰ ਬੈਠੇ ਨੇ। ਤੇ ਕੋਸ਼ਿਸ਼ ਕਰ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹ, ਪਿਆਰ ਨਾਲ ਪੜ੍ਹੋ। ਜਦੋਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋਗੇ, ਗੁਰਬਾਣੀ ਦੀ ਸੋਝੀ ਆਊਗੀ ਆਪ ਜੀ ਨੂੰ। ਜਦੋਂ ਸੋਝੀ ਆਊਗੀ ਨਾ, ਤੇ ਧਿਆਨ ਦੇਣਾ, ਇੱਕ ਵਕਤ ਆਊਗਾ ਤੁਹਾਡੇ ਅੰਦਰ ਇੱਕ ਸੁਭਾਅ ਪੈਦਾ ਹੋਊਗਾ, ਉਹ ਇਕੱਲਾ ਇਨਸਾਨ ਦਾ ਹੈ। ਗੁਰਬਾਣੀ ਜਿਹੜੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ, ਉਹ ਇਸ ਮਨ ਨੂੰ ਆਪਣੇ ਸਰੂਪ ਵਰਗਾ ਬਣਾਉਂਦੇ ਨੇ ਕਿ ਤੂੰ ਇਨਸਾਨ ਹੈ, ਇਨਸਾਨ ਬਣ। ਬੰਦਾ ਹੈ, ਬੰਦਗੀ ਕਰ ਤੇ ਬੰਦਾ ਬਣ। ਠੀਕ ਹੈ, ਲਿਖਿਆ ਬਾਣੀ 'ਚ। ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ। ਅਸੀਂ ਵਕਤ ਵਿਚਾਰ ਹੀ ਨਹੀਂ। ਇਹ ਸਰੀਰ ਸਰੂਪ ਸਾਨੂੰ ਬੰਦੇ ਦਾ ਮਿਲਿਆ ਹੈ। ਜੇ ਵਿਚਾਰਾਂਗੇ ਤੇ ਬੰਦੇ ਹੋਵਾਂਗੇ ਨਾ, ਅਸੀਂ ਵਿਚਾਰੇ ਹੀ ਨਹੀਂ। ਸਰੂਪ ਬੰਦੇ ਦਾ ਹੈ, ਸਰੂਪ ਇਨਸਾਨ ਦਾ ਹੈ, ਪਰ ਸੁਭਾਅ ਬਾਕੀਆਂ ਜਾਮਿਆਂ ਵਰਗਾ ਹੀ ਹੈ। ਨਹੀਂ ਕਰਨਾ। ਸੁਭਾਅ ਵੀ ਇਨਸਾਨ ਵਰਗਾ ਬਣਾਉਣਾ ਹੈ, ਸੁਭਾਅ ਬੰਦੇ ਵਰਗਾ ਬਣਾਉਣਾ ਹੈ।
ਤੇ ਇਹ ਬਣਨਾ ਉਦੋਂ ਆ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਾਂਗੇ, ਔਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰਕੇ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰਾਂਗੇ। ਗੁਰੂ ਗ੍ਰੰਥ ਸਾਹਿਬ ਇੱਕੋ ਗੱਲ ਕਹਿੰਦੇ, ਇਸ ਯੁੱਗ ਮੇਂ ਸੋਭਾ ਨਾਮ ਕੀ, ਬਿਨ ਨਾਮੇ ਸੋਭ ਨਾ ਹੋਏ। ਕਹਿੰਦੇ ਬਿਨਾਂ ਨਾਮ ਤੋਂ ਦਰਗਾਹ 'ਚ ਸੋਭਾ ਨਹੀਂ ਹੋਣੀ, ਵਡਿਆਈ ਨਹੀਂ ਹੋਣੀ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ। ਔਰ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।